Vaping ਹੁੰਦੀ ਹੈ basically inhaling of an aerosol. Aerosol basically ਕੀ ਹੁੰਦਾ ਹੈ, एक mist ਹੁੰਦੀ है. Self control ऐसी एक चीज है जो माँ बाप को सिखानी चाहिए. Today's parents so much addicted themselves that I cannot just blame a kid. ਜ਼ਿਆਦਾਤਰ ਆਪਾਂ ਗਾਣੇ ਸੁਣਦੇ ਆ ਜਿਹੜੇ ਅੱਜ ਕੱਲ੍ਹ ਮੁੰਡੇ ਗਾਣੇ ਸੁਣਦੇ ਆ, ਏਦਾਂ ਦੇ ਹੁੰਦੇ ਆ, ਕੋਈ ਕਹਿ ਰਿਹਾ ਹੁੰਦਾ ਵਾ ਕਿ ਅੱਖਾਂ ਨੇ ਨਸ਼ੇੜੀ ਮੇਰੀਆਂ, ਮੇਰਾ ਕੋਈ ਨਾ ਕਸੂਰ ਮੁਟਿਆਰੇ, ਜਦੋਂ ਕਸੂਰ ਸਾਰਾ ਉਹਨਾਂ ਦਾ ਆਪਣਾ ਮੰਨਣਾ, ਕੋਈ ਚੱਕ ਕੇ ਮੂੰਹ 'ਚ ਪਾਉਂਦਾ ਨਹੀਂ ਕਿਸੇ ਨਜ਼ਰ। ਪਿੱਛੇ ਜਿਹੀ ਮੂਵੀ ਆਈ ਸੀ ਨਾਰਕੋਸ ਕਰਕੇ, ਉਹਦੇ ਵਿੱਚ ਉਹਨਾਂ ਨੇ ਕਾਫੀ ਗਲੋਰੀਫਾਈ ਕੀਤਾ ਸੀ ਡਰੱਗਸ ਦੇ ਵਪਾਰ ਨੂੰ ਵੀ, ਡਰੱਗਸ ਲੈਣ ਨੂੰ ਵੀ, ਪਰ ਐਟ ਦੀ ਐਂਡ ਉਹਨਾਂ ਨੇ ਇੱਕ ਬਹੁਤ ਪੋਜ਼ੀਟਿਵ ਨੋਟ 'ਤੇ ਛੱਡਿਆ ਹੈ ਉੜਦਾ ਪੰਜਾਬ ਦੇ ਵਿੱਚ। ਐਂਡਿੰਗ ਉਹਨਾਂ ਨੇ ਪੋਜ਼ੀਟਿਵ ਨੋਟ 'ਤੇ ਇਸੇ ਕਰਕੇ ਕੀਤੀ ਸੀ ਕਿ ਸ਼ਾਇਦ ਹਾਂ ਆਪਾਂ ਇੱਕ ਪੋਜ਼ੀਟਿਵ ਇੰਪੈਕਟ ਪਾ ਸਕੀਏ ਜਿਹੜੇ ਛੱਡਣਾ ਚਾਹੁੰਦੇ ਆ। ਓਵਰ ਈਟਿੰਗ, when you're eating a junk food, it becomes an addiction. ਸਾਨੂੰ ਘਰ ਦਾ ਫੂਡ ਨਹੀਂ ਪਸੰਦ ਆ ਰਿਹਾ, and after Zomato and after Swiggy has come over, you are overpowering, you are fixated with a particular behavior, you have made it a ritual. ਆਪਾਂ ਸਵੇਰੇ 6 ਵਜੇ ਉਠੇ ਜਾਂ ਸਵੇਰੇ 10 ਵਜੇ ਉਠੇ, today's generation will just look at the phones first. ਕਿਹੜੀ ਸਨੈਪ ਆਈ ਹੈ? The females don't do experimentation, the females don't do regular usage, the females don't go for dependence, they are an overdoser. We always keep talking of Punjab में बहुत ड्रग्स, पंजाब में बहुत ज़्यादा ड्रग्स है. It's not Punjab. Out of 10 people could be Punjabis. The rest 7 belong to different places. Amritsar de lage ek village hai border areas which is called the village of Maqbulpura. It is called the village of widows. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਪੋਡਕਾਸਟ ਬਹੁਤ ਹੀ ਜ਼ਰੂਰੀ ਹੋਣ ਵਾਲਾ ਜੇ ਤੁਹਾਡੇ ਸਾਰਿਆਂ ਲਈ ਤੇ ਸਾਡੇ ਲਈ ਵੀ। ਪਰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ 'ਤੇ ਨਵੇਂ ਜੇ ਤਾਂ ਪਲੀਜ਼ ਇੱਕ ਸਬਸਕ੍ਰਾਈਬ, ਇੱਕ ਲਾਈਕ, ਇੱਕ ਕਮੈਂਟ, ਇੱਕ ਸ਼ੇਅਰ ਜ਼ਰੂਰ ਕਰਿਓ। ਤੁਹਾਡੇ ਇੱਕ ਛੋਟੇ ਜਿਹੇ ਐਫਰਟ ਨਾਲ ਸਾਨੂੰ ਬਹੁਤ ਸਾਰੀ ਸਪੋਰਟ ਮਿਲਦੀ ਹੈ। ਉੜਤਾ ਪੰਜਾਬ ਤਾਂ ਸਾਰਿਆਂ ਨੇ ਦੇਖੀ ਹੀ ਹੋਣੀ ਆ, ਪਰ ਜਿਹੜੀ ਉਹਦੇ ਵਿੱਚ ਚੀਜ਼ ਦੱਸੀ ਗਈ ਸੀਗੀ ਕਿ ਪੰਜਾਬ ਸਾਡਾ ਕਿਸ ਤਰੀਕੇ ਨਾਲ ਉੱਡ ਰਿਹਾ ਹੈ, ਉਹਦੇ ਬਾਰੇ ਕਦੀ ਵੀ ਕੋਈ ਗੰਭੀਰ ਤੌਰ 'ਤੇ ਗੱਲ ਨਹੀਂ ਕਰਦਾ। ਕਿ ਜਿਹੜੀ ਉਹਦੇ ਵਿੱਚ ਸੱਚਾਈ ਦੱਸੀ ਗਈ ਹੈ ਕਿ ਉੱਦਾਂ ਦੀ ਸੱਚਾਈ ਅਸਲ ਦੇ ਵਿੱਚ ਵੀ ਹੈਗੀ ਹੈ। ਅੱਜ ਆਪਾਂ ਡਾਕਟਰ ਮਹਿਕ ਅਰੋੜਾ ਦੇ ਨਾਲ ਆਪਣੀ ਜਿਹੜੀ ਫਸਟ ਸੀਰੀਜ਼ ਆਪਾਂ ਮੈਂਟਲ ਹੈਲਥ ਸ਼ੁਰੂ ਕੀਤੀ ਸੀਗੀ, ਉਹਦਾ ਸੈਕਿੰਡ ਪਾਰਟ ਲੈ ਕੇ ਆ ਰਹੇ ਹਾਂ, ਅਤੇ ਆਪਾਂ ਆਸ ਕਰਦੇ ਹਾਂ ਕਿ ਤੁਹਾਨੂੰ ਕੁਛ ਸਿੱਖਣ ਨੂੰ ਮਿਲੂਗਾ, ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਪ੍ਰਭਾਵ ਪਊਗਾ, ਅਤੇ ਆਪਾਂ ਆਪਣੀ ਗੱਲਬਾਤ ਕਰਾਂਗੇ ਸਟਾਰਟ ਥੋੜ੍ਹੇ ਚਿਰ ਦੇ ਵਿੱਚ। ਅੱਜ ਜੋ ਸਾਡਾ ਟੌਪਿਕ ਹੈ ਇਹ ਕਾਫੀ ਜ਼ਿਆਦਾ ਮਾਸੂਮ ਵੀ ਹੁੰਦਾ ਹੈ ਕਿਸੇ ਟਾਈਮ 'ਤੇ, ਅਤੇ ਕਾਫੀ ਜ਼ਿਆਦਾ ਖਤਰਨਾਕ ਵੀ ਹੋ ਜਾਂਦਾ ਹੈ। ਇਹ ਚੀਜ਼ ਇਨਸਾਨਾਂ ਦੇ ਵਿੱਚ ਸ਼ੁਰੂ ਤੋਂ ਹੀ ਪਾਈ ਗਈ ਸੀ, ਅਤੇ ਅੱਜ ਦੇ ਟਾਈਮ 'ਚ ਇਹ ਚੀਜ਼ ਕਾਫੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਹੈ। ਅੱਜ ਦਾ ਸਾਡਾ ਟੌਪਿਕ ਹੈ ਇਨਸਾਨਾਂ ਵਿੱਚ ਕਿਸੇ ਚੀਜ਼ ਦੀ ਲੱਤ ਅਤੇ ਉਹਦੇ ਕਾਰਨ, ਜਾਣੀ ਕਿ ਪ੍ਰੈਜ਼ੈਂਸ ਆਫ ਐਡਿਕਸ਼ਨ ਐਂਡ ਇਟਸ ਰੀਜ਼ਨਸ। ਸੋ ਅੱਜ ਅਸੀਂ ਇਸ ਟੌਪਿਕ 'ਤੇ ਡੂੰਘੀ ਚਰਚਾ ਕਰਦੇ ਹੋਏ ਆਪਣੇ ਪ੍ਰੋਫੈਸਰ ਡਾਕਟਰ ਮਹਿਕ ਅਰੋੜਾ ਨਾਲ ਇਸ ਟੌਪਿਕ ਦੇ ਨਾਲ ਰੂਬਰੂ ਹੋਵਾਂਗੇ। ਸੋ ਆਓ ਅਸੀਂ ਚੱਲਦੇ ਹਾਂ ਸੋਚ ਦੇ ਸਫ਼ਰ 'ਤੇ। ਅਖੀਰ ਤੱਕ ਬਣੇ ਰਹੋ। ਥੈਂਕ ਯੂ ਮੈਮ ਫॉर ਡੂਇੰਗ ਦਿਸ ਅਗੇਨ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁੱਡ ਮਾਰਨਿੰਗ ਆਲ ਆਫ ਯੂ। ਆਪਾਂ ਜਾਣਦੇ ਹਾਂ ਕਿ ਮੈਮ ਇੱਕ ਟਰਮ ਯੂਜ਼ ਕੀਤੀ ਜਾਂਦੀ ਆ ਐਡਿਕਸ਼ਨ, ਜਿਹਨੂੰ ਆਪਾਂ ਪੰਜਾਬੀ 'ਚ ਲੱਤ ਵੀ ਕਹਿ ਦਿੰਦੇ ਹਾਂ, ਅਤੇ ਇਸ ਚੀਜ਼ ਦਾ ਅਗਰ ਕਹੀਏ ਡੈਫੀਨੇਸ਼ਨ ਸਭ ਨੂੰ ਪਤਾ ਹੋਏਗੀ ਕਿ ਹਾਂ ਇਸ ਨੂੰ ਕਿਵੇਂ ਡਿਫਾਈਨ ਕਰੀਦਾ ਵਾ, ਕਿ ਕਿਸੇ ਬੰਦੇ ਨੂੰ ਕੋਈ ਚੀਜ਼ ਕਰਨ ਦੀ ਅਰਜ ਹੁੰਦੀ ਆ, ਕਾਫੀ ਜ਼ਿਆਦਾ ਹੁੰਦੀ ਆ, ਅਤੇ ਉਹਨੂੰ ਰੋਕ ਨਹੀਂ ਪਾਉਂਦਾ, ਉਹਨੂੰ ਆਪਾਂ ਐਡਿਕਸ਼ਨ ਕਹਿ ਦਿੰਦੇ ਹਾਂ। ਪਰ ਐਜ਼ ਅ ਕਲੀਨਿਕਲ ਸਾਈਕੋਲੋਜਿਸਟ ਤੁਸੀਂ ਐਡਿਕਸ਼ਨ ਨੂੰ ਕਿਵੇਂ ਸਮਝਾਓਗੇ ਆਡੀਅנס ਨੂੰ, ਤਾਂ ਜੋ ਕਿ ਉਹ ਇੱਕ ਸੌਖੇ ਤਰੀਕੇ ਸਮਝ ਪਾਉਣ? ਓਕੇ, ਫਸਟ ਆਫ ਆਲ ਜਿਹੜਾ ਟੌਪਿਕ ਅਸੀਂ ਚੂਜ਼ ਕੀਤਾ ਹੈ, ਇਟ ਇਜ਼ ਵਨ ਆਫ ਦ ਟੌਪਿਕ ਦੈਟ ਨੀਡਸ ਟੂ ਬੀ ਡਿਸਕਸਡ ਐਵਰੀ ਨਾਓ ਐਂਡ ਦੈਨ। ਠੀਕ ਹੈ, ਜਿਵੇਂ ਆਪਾਂ ਮੈਂਟਲ ਹੈਲਥ ਇਸ਼ੂਜ਼ ਦੇ ਬਾਰੇ ਗੱਲ ਕਰਦੇ ਹਾਂ, ਈਵਨ ਦਿਸ ਇਜ਼ ਅ ਪਾਰਟ ਆਫ ਮੈਂਟਲ ਹੈਲਥ ਇਸ਼ੂ। ਵਾਈ? ਬਿਕੋਜ਼ ਸਮਵੇਅਰ addiction can cause mental health problems and mental health problems can cause addiction. So it is both correlated with one another. So अगर मैं अपने ऑडियंस को समझाना चाहूँ कि एडिक्शन होंदी की है, बेसिकली एडिक्शन का मतलब है कि इट इज़ अ क्रॉनिक, इट इज़ अ लाइफ लॉन्ग कंडीशन। लाइफ लॉन्ग कंडीशन क्यों? क्योंकि आपा वी वॉन्ट टू compulsively seek something, we want to compulsively seek a substance use, मतलब we want to have drugs। हमारे अंदर अपना आपा ही नहीं रहता कि हम ड्रग्स छोड़ पाएँ। वी आर एन एडिक्टेड पर्सन, उन्होंने पूरी जानकारी होंदी है that ए ड्रग मेरे लिए बहुत माड़ा है, but still they take it। why they take it? Because it has become addiction। so addiction, if you think that the moment a person starts taking drugs it becomes addiction, no it does not। addiction always involves stages। पहली stage हुंदी है stage of experimentation, where a person just wants to just experiment कि you know I want to try it। experiment means just to try it कि हुंदा है, केड़ा pleasure मिलता है इनू लेके, that is the thing। second stage जिहड़ी हुंदी है after experimentation is the regular usage।
that ਤੁਹਾਨੂੰ pleasure ਮਿਲਿਆ and you will be like ਕਿ okay I got a pleasure so I want more, this is really nice, you know, I'm loving it, I'm rejoicing it, ਉਹ ਬੰਦਾ ਬਣ ਜਾਂਦਾ regular user। ਉਹਦੇ ਬਾਅਦ third stage ਆਉਂਦੀ ਹੈ stage of dependence, drug dependence। so generally ਆਪਾਂ ਕੀ ਕਰਦੇ ਹਾਂ, we commonly use two terms, drug dependence ਤੇ drug addiction, we generally use synonymously, but it is not a synonymous term। drug dependence is a third stage wherein you get a habitual of taking the drugs। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੇ ਸਪੋਜ਼ ਤੁਸੀਂ ਰੈਗੂਲਰ ਯੂਸੇਜ ਵਿੱਚ, ਜਸਟ ਇਨ ਐਗਜ਼ਾਮਪਲ ਦੇਖ ਰਹੀ ਹਾਂ, ਜਿਵੇਂ ਵੀ ਆਰ ਟਾਕਿੰਗ ਅਬਾਊਟ ਐਲਕੋਹਲ ਐਡਿਕਸ਼ਨ। ਸੋ ਇਫ ਯੂ ਆਰ ਟੇਕਿੰਗ ਐਲਕੋਹਲ ਸੇ ਐਵਰੀ ਵੀਕਐਂਡ, once you come on the stage of drug dependence, you think you will be satisfied with just a weekend. No, you will not be. Drug dependence will increase your tolerance capacity, and your tolerance capacity, if it increases, your usage, your addiction will also increase। And the last stage is the stage of addiction, wherein the person clearly knows कि ये चीज़ मेरे लिए माड़ी है, तदे वो कसमें खांदा है that you know I will not take it, but yet he lands up taking that particular drug। Why? Because addiction has no control। It is not just that addiction is happening because थोड़ी will power घट है या थोड़ी decisions कोई bad ने। Addiction is a brain disorder। So according to American Society of Addiction Medicine, it calls addiction as a brain disorder। and addiction ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ substance addiction, ਇੱਕ ਹੁੰਦੀ ਹੈ behavioral addictions। ਸੋ ਮੈਮ ਜਦੋਂ ਆਪਾਂ ਗੱਲ ਕਰਦੇ ਹਾਂ ਸਬਸਟੈਂਸ ਐਡਿਕਸ਼ਨ ਦੀ, ਬਿਹੇਵੀਅਰ ਐਡਿਕਸ਼ਨ ਦੀ, 2022 ਦੇ ਵਿੱਚ PGI ਨੇ ਸਟੱਡੀ ਕੰਡਕਟ ਕੀਤੀ ਕਿ ਪੰਜਾਬ ਦਾ ਸਰਵੇ ਹੈਗਾ ਕਿ ਓਵਰਆਲ ਕਿੰਨੀ ਪੋਪੂਲੇਸ਼ਨ ਪੰਜਾਬ ਦੀ ਡਰੱਗਸ ਯੂਜ਼ ਕਰਦੀ ਪਈ ਹੈ। ਸੋ ਆਈ ਥਿੰਕ ਕਰੰਟਲੀ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਆ 3 ਕਰੋੜ ਦੇ ਲਾਗੇ ਜਾ ਗਿਆ, ਤੇ 30 ਲੱਖ ਇੰਡੀਵਿਜੂਅਲਸ ਉਹਦੇ ਵਿੱਚ ਐਲਕੋਹਲ ਐਡਿਕਟਡ ਪਾਏ ਗਏ ਹੈਗੇ। ਅਰਾਊਂਡ 15 ਲੱਖ ਜਿਹੜੇ ਹੈਗੇ ਇੰਡੀਵਿਜੂਅਲਸ ਉਹ ਟੋਬੈਕੋ ਕੰਜ਼ੰਪਸ਼ਨ ਕਰਦੇ ਪਏ ਹੈਗੇ, ਤੇ ਕੁਝ 1,70,000 ਸ਼ਾਇਦ ਨੰਬਰ ਹੈਗਾ ਉਹ ਕਰਦੇ ਪਏ ਓਪੀਓਇਡ ਯੂਜ਼, ਜਿਹੜਾ ਆਪਾਂ ਹੈਰੋਇਨ, ਅਫੀਮ ਜਾਂ ਜਿਹੜੇ ਬਾਕੀ ਉਹਦੀਆਂ ਓਪੀਓਇਡ ਸਬਸਟੈਂਸਸ ਨੇ। ਤੇ ਮੈਮ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਐਲਕੋਹਲ ਜਿਹੜੀ ਆ ਸਾਡੇ ਕਲਚਰ 'ਚ ਬਹੁਤ ਕਾਮਨ ਹੋ ਚੁੱਕੀ ਹੈ। ਵਿਆਹ ਸ਼ਾਦੀਆਂ ਦੇ ਆਪਾਂ ਦੇਖਦੇ ਹਾਂ, ਕੋਈ ਕਹਿੰਦਾ ਵਾ ਕਿ ਮਾਹੌਲ ਹੀ ਬਣਦਾ ਆਪਾਂ ਤਾਂ ਪੀਂਦੇ ਹਾਂ, ਆਪਾਂ ਇੰਜੋਏ ਕਰਨ ਵਾਸਤੇ ਪੀਂਦੇ ਹਾਂ। ਤੇ ਫਿਰ ਕਿਤੇ ਨਾ ਕਿਤੇ ਗੱਲ ਆ ਜਾਂਦੀ ਹੈ ਕਿ ਇਹੋ ਜਿਹੇ ਜਿਹੜੇ ਡਰੱਗਸ ਨੇ ਉਹ ਆਪਣੇ ਉੱਤੇ ਇਨਸਾਨਾਂ ਦੇ ਉੱਤੇ ਡਿਪੈਂਡੈਂਸੀ ਕ੍ਰੀਏਟ ਕਰ ਦਿੰਦੇ। ਜਦੋਂ ਤੁਸੀਂ ਕਹਿੰਦੇ ਪਏ ਨਾ ਕਿ ਸਾਡਾ ਇੱਕ ਹੈਬਿਟ ਬਣ ਜਾਂਦੀ ਹੈ ਓਵਰ ਟਾਈਮ ਵੀ ਹਾਂ ਆਪਾਂ ਇਹ ਚੀਜ਼ ਯੂਜ਼ ਕਰਨੀ ਹੈ, ਇੰਨੇ ਟਾਈਮ ਵਾਸਤੇ ਕਰਨੀ ਹੈ, ਇੰਨੀ ਕੁਆਂਟਿਟੀ 'ਚ ਕਰਨੀ ਹੈ, ਕਈ ਵਾਰੀ ਫਿਰ ਵੱਧਦੇ ਉਹ ਚੀਜ਼ ਪਹੁੰਚ ਜਾਂਦੀ ਹੈ। ਮੈਮ ਡਿਪੈਂਡੈਂਸੀ ਕਿੱਦਾਂ ਕ੍ਰੀਏਟ ਹੁੰਦੀ ਹੈ ਡਰੱਗਸ ਦੀ ਸਪੈਸੀਫਿਕਲੀ, ਜੇ ਆਪਾਂ ਆਪਣੇ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ? See, when we are talking about the dependency part, जैसे मैंने बोला एकदम dependency नहीं आती बंदे विच, एकदम नहीं आती। You are always first experimenting, then you are becoming a regular user, and then you are becoming dependent। सिम्पटम्स ਹੁੰਦੇ ਨੇ ਇੱਕ ਪਰਸਨ ਵਿੱਚ, ਜਿਵੇਂ ਤੁਹਾਨੂੰ ਮਤਲਬ ਫੈਮਿਲੀ ਨੂੰ ਉਹ ਚੀਜ਼ ਇਗਨੋਰ ਨਹੀਂ ਕਰਨੀ ਚਾਹੀਦੀ, ਬਿਕਾਜ਼ ਫੈਮਿਲੀ ਐਂਡ ਸਪੋਰਟ ਸਰਕਲ ਵਿਲ ਬੀ ਦ ਫਰਸਟ ਪੀਪਲ ਜਿਨ੍ਹਾਂ ਨੂੰ ਐਡਿਕਸ਼ਨ ਦੇ ਬਾਰੇ ਪਤਾ ਲੱਗਣਾ ਚਾਹੀਦਾ ਹੈ। ਸੋ ਜਿਵੇਂ ਆਪਾਂ ਲਾਸਟ ਸੀਰੀਜ਼ ਵਿੱਚ ਡਿਸਕਸ ਕੀਤਾ ਸੀ ਅਬਾਊਟ ਮੈਂਟਲ ਹੈਲਥ ਟੌਪਿਕਸ ਕਿ ਡਿਪਰੈਸ਼ਨ ਜੋ ਹੈ ਉਹ ਇੱਕੋਦਮ ਨਹੀਂ ਆਉਂਦਾ, ਦੇਰ ਇਜ਼ ਆਲਵੇਜ਼ ਅ ਰੀਜ਼ਨ ਬਿਹਾਈਂਡ ਇਟ। ਸਿਮਿਲਰਲੀ ਐਨੀ ਟਾਈਪ ਆਫ ਐਡਿਕਸ਼ਨ, it always happens because of certain changes that you are bringing in your life, and those changes, if your support circle is very close to you, if they are literally your support, they will identify it। so ਜਿਵੇਂ ਇੱਕ ਬੰਦਾ ਬਹੁਤ ਖੁਸ਼ ਰਹਿੰਦਾ, ਇੱਕ ਬੰਦਾ ਬਹੁਤ ਜੋਇਸ ਹੈ, ਉਹ ਇੱਕਦਮ ਚੁੱਪ ਹੋ ਜਾਵੇ। So don't you think that the mother or the father or any other support person you have, siblings, your very close friends or very very close kins and kinship networks, they will identify it कि इन्हें की हो गया, why is he so silent, चुप क्यों होके बैठ गया? So there is the point where we talk about the dependency part, that dependency is happening because we are ignoring the two stages of regular usage and somewhere experimentation। all right, okay। ਤੇ ਮੈਨੂੰ ਲੱਗਦਾ ਕਿ ਜਿਹੜਾ ਐਕਸਪੈਰੀਮੈਂਟ ਵਾਲਾ ਪਾਰਟ ਆ ਇਹ ਮੇਨਲੀ ਸ਼ੁਰੂ ਹੀ ਘਰ ਤੋਂ ਹੀ ਹੋ ਜਾਂਦਾ ਵਾ। ਅਗਰ ਇੱਕ ਘਰ ਦੇ ਵਿੱਚ ਸ਼ੁਰੂ ਤੋਂ ਅਲਕੋਹਲ ਜਾਂ ਕੋਈ ਵੀ ਇੱਦਾਂ ਦਾ ਸਬਸਟੈਂਸ ਯੂਜ਼ ਕੀਤਾ ਜਾਂਦਾ ਰਿਹਾ ਵਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਘਰ ਦੇ ਵਿੱਚ ਹੁਣ ਕਈਆਂ ਦੇ ਜਿਹੜੇ ਫਾਦਰ ਹੁੰਦੇ ਆ ਉਹ ਫੀਮ ਖਾਂਦੇ ਆ ਅਤੇ ਜਾਂ ਉਹਨਾਂ ਰਾਤੀ ਪੈਗ ਲਾਏ ਵਗੈਰਾ ਸੋਣਾ ਨਹੀਂ ਗਾ। ਅਤੇ ਜਿਹੜਾ ਇੱਕ ਇਹ ਕਲਚਰ ਆ ਇਹ ਇਸੇ ਕਲਚਰ ਤੋਂ ਅੱਗੇ ਵੱਧਦਾ ਜਾਂਦਾ ਵਾ। ਪਹਿਲੇ ਮੁੰਡਾ ਵੇਖਦਾ ਕਿ ਹਾਂ ਡੈਡੀ ਨੇ ਪੈਗ ਲਾਇਆ ਫਿਰ ਮੈਂ ਵੀ ਲਾਵਾਂ, ਫਿਰ ਕਿਉਂਕਿ ਅਗਰ ਇਸ ਚੀਜ਼ ਨੂੰ ਆਪਾਂ ਇੱਕ ਮੌਨਸਟਰ ਬਣਾਉਂਦੇ ਹਾਂ, ਅਲਕੋਹਲ ਨੂੰ ਆਪਾਂ ਮੌਨਸਟਰ ਕਹਿੰਦੇ ਹਾਂ ਜਾਂ ਫੀਮ ਨੂੰ ਆਪਾਂ ਮੌਨਸਟਰ ਕਹਿੰਦੇ ਹਾਂ, ਉਹ ਸਾਡੀ ਸੁਸਾਇਟੀ ਜਾਂ ਜਿਹੜਾ ਸਾਡੇ ਆਲੇ ਦੁਆਲੇ ਹੁੰਦੇ ਆ ਉਹੀ ਸਾਨੂੰ ਸਮਝਾਉਂਦੇ ਆ। ਅਗਰ ਸਾਡੇ ਘਰਦਿਆਂ ਨੇ ਇਹੀ ਚੀਜ਼ ਕਹਿ ਦਿੱਤੀ ਕਿ ਹਾਂ ਕੋਈ ਨਹੀਂ ਕਦੀ ਕਦੀ ਕਰ ਲਿਆ ਕਰ, ਚੱਲਦਾ ਇੰਨਾ ਕੁ, ਉਹ ਚੀਜ਼
ਅੱਗੇ ਜਾ ਕੇ ਫਿਰ ਐਕਸਪੈਰੀਮੈਂਟੇਸ਼ਨ, ਫਿਰ ਜਿਵੇਂ ਤੁਸੀਂ ਕਿਹਾ ਅੱਗੇ ਰੈਗੂਲਰ ਯੂਜ਼ੇਜ, ਫਿਰ ਉਹ ਅੱਗੇ ਜਾ ਕੇ ਇੱਕ ਐਡਿਕਸ਼ਨ ਬਣ ਜਾਂਦੀ ਆ। ਅਤੇ ਇੱਦਾਂ ਹੀ ਅੱਜ ਦੀ ਸੁਸਾਇਟੀ ਦੇ ਵਿੱਚ ਇੱਕ ਬਹੁਤ ਕਾਮਨਲੀ ਯੂਜ਼ ਡਰੱਗ ਹੈਗਾ ਵਾ, ਜਿਹਨੂੰ ਬਟ ਹੁੰਦਾ ਟਬੈਕੋ ਦੀ ਫਾਰਮ ਦੇ ਵਿੱਚ ਆ, ਕਿ ਜਿਵੇਂ ਕਹਿ ਲਓ ਹੁੱਕਾ ਹੋ ਗਿਆ ਅਤੇ ਜਾਂ ਵੇਪਿੰਗ ਹੋ ਗਈ। ਅਤੇ ਇਸ ਵੇਲੇ ਅਰਾਊਂਡ ਅਗਰ ਮੈਂ ਗੱਲ ਕਰਾਂ ਜੋ ਮੈਂ ਅੱਜ ਦੀ ਸੁਸਾਇਟੀ ਦੇ ਵਿੱਚ ਅੱਜ ਦੇ ਬੱਚਿਆਂ ਦੇ ਵਿੱਚ ਵੇਖਿਆ ਵਾ, ਅਤੇ ਵੇਪਿੰਗ ਬਹੁਤ ਕਾਮਨ ਹੋ ਚੁੱਕੀ ਹੋਈ ਆ। ਅਤੇ ਵੇਪਿੰਗ ਇੰਨੀ ਕਿਉਂ ਵੱਧ ਰਹੀ ਆ, ਕੀ ਉਹਦੇ ਵਿੱਚ ਹੁੰਦਾ ਜੋ ਇੰਨਾ ਜ਼ਿਆਦਾ ਡਿਪੈਂਡ ਕਰਵਾ ਲੈਂਦਾ ਬੰਦੇ ਨੂੰ ਆਪਣੇ ਉੱਤੇ? ਕਿਉਂਕਿ ਹਰ ਇੱਕ ਸਬਸਟਾਂਸ ਦੇ ਵਿੱਚ ਕੋਈ ਐਸਾ ਕੈਮੀਕਲ ਜਾਂ ਕੋਈ ਐਸੀ ਚੀਜ਼ ਹੁੰਦੀ ਆ ਜਿਹੜੀ ਸਾਡੇ ਬ੍ਰੇਨ ਦੇ ਨਾਲ ਜਿਹੜੀ ਜਿਵੇਂ ਤੁਸੀਂ ਕਿਹਾ ਡਿਸਆਰਡਰ ਕਰ ਦਿੰਦੀ ਆ। ਉਹ ਕੀ ਚੀਜ਼ ਆ ਜੋ ਇੰਨੀ ਜ਼ਿਆਦਾ ਐਡਿਕਟਿਵ ਹੋ ਜਾਂਦੀ ਆ? See, if I talk about vaping ਹੁੰਦੀ ਕੀ ਹੈ? Vaping ਹੁੰਦੀ ਹੈ basically inhaling of an aerosol. Aerosol basically ਕੀ ਹੁੰਦਾ ਹੈ? ਇੱਕ mist ਹੁੰਦੀ ਹੈ, okay? And the moment you inhale an aerosol, which is actually created by what? It is created by an electronic cigarette, okay? So ਆਪਾਂ ਜਿਵੇਂ ਉਹਨੂੰ inhale ਕਰਦੇ ਹਾਂ, we feel that there is so much pleasure. ਸਾਡਾ dopamine level, okay, that is related with our happy pleasures there, the happy good factor there. So ਉਹ ਚੀਜ਼ ਜੋ ਹੈ ਉਹ ਬਹੁਤ enhance ਹੋ ਜਾਂਦੀ ਹੈ। ਜਿਵੇਂ ਆਪਾਂ chocolate ਖਾਏ, chocolate ਵਿੱਚ ਕੀ ਹੁੰਦਾ ਹੈ, the moment you eat one bite of chocolate or say ice cream, you feel so good, you start feeling so good. That is why vaping ਦੇ ਵਿੱਚ ਜੋ element है aerosol, that is the mist, okay, that brings a lot of enhancement of dopamine. And if it is mixed with a nicotine, if it is mixed with an alcohol, ਉਹ ਚੀਜ਼ ਹੋਰ ਵੱਧ ਜਾਂਦੀ ਹੈ। ਜਿਵੇਂ ਅੱਜ ਦੀ ਜਨਰੇਸ਼ਨ, if I talk about generation, we call it Gen Z. So generation, ਅੱਜ ਦੀ generation ਦੀ ਗੱਲ ਕਰਾਂ ਤਾਂ why is vaping so popular? The reason being that we have easy availability of the vape pens. The vape pens that we call, the e-cigarettes. Vape pens बहुत available ne, they are not too costly also, okay, and they are somewhere, what happens in the vaping process is कि ਜਿਹੜਾ ਉਹਦੇ ਵਿੱਚ liquid ਹੁੰਦਾ ਹੈ ਉਹ heat up ਹੋ ਜਾਂਦਾ ਹੈ, ਉਹ heat up ਹੋ ਕੇ then it is inhaled and then it gives your dopamine a very pleasurable level, a very euphoric effect you get after you have had it. So the generation today, they become a regular usage of vaping. Easily available है, legal है, सब तो पहली गल, it is legally available. So something when is legally available, it is ought to bring out that thing. And second thing is peers. आजकल दे बच्चे माँ बाप तो ज़्यादा peers ही सुनते हैं. So peers are the people, that is their age people. When they see them posting anything on the social media, when they see how cool it looks, the up they want to get interested for the same and get enhanced and get replicate करते हैं वो चीज़ कि नहीं, I also will take it. And one of the other reason I feel is the lack of self-control. Self-control ऐसी एक चीज़ है जो माँ बाप को सिखानी चाहिए. Today's parents, I see so much addicted themselves that I cannot just blame a kid. We cannot blame Generation Z for everything. Why they are like that is the reason being that somewhere there is a lack in parenting, which I am verbally speaking it up. I have so many patients around among this generation. I see them and somewhere I see faulty parenting. There is an issue. कि जिਵੇਂ parents, the Saturday culture, party culture these days is so popular. So parents ਕੀ ਕਰਦੇ ਨੇ, maids ਜਾਂ ਕੋਈ ਘਰ ਵਿੱਚ ਹੋਏ ਉਹਨਾਂ ਦੇ ਕੋਲ ਬੱਚੇ ਛੱਡ ਦਿੱਤੇ ਨੇ, and then you're going to party and then you are coming back late hours when you don't know what your kid was doing, and you are coming back and then the next day, the whole day of Sunday goes to post the pictures. You are posting your own thing, you need your own changes. Okay, I understand parenting needs change. I myself being a parent, I know I need my self time, but I will never want to resort to certain things that can be emulated and carried by my child. So that is why vaping is very very क्योंकि easily available है, not much it's not much costly. Peers are taking it and somewhere your parents, the parenting is also having it. Yes. हम कितने ना कितने ਆਪਾਂ ਗੱਲ ਕਰਦੇ ਪਏ ਨਾ vaping ਦੀ, ਓਕੇ ਮੈਮ ਜਿਹੜੇ ਸਾਡੇ ਕਲਚਰ ਦੇ ਵਿੱਚ ਮੈਨੂੰ ਲੱਗਦਾ ਕਿ ਮਿਊਜ਼ੀਸ਼ੀਅਨਸ ਕੋ ਕਾਫੀ ਪਾਵਰ ਹੁੰਦੀ ਹੈ ਸਾਡੇ ਬਿਹੇਵੀਅਰ ਨੂੰ ਇਨਫਲੂਐਂਸ ਕਰਨ ਵਾਸਤੇ,
ਜਿਹੜੇ ਸਿੰਗਰਸ ਵੀ ਆ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ, ਜੇ ਉਹਨਾਂ ਨੂੰ ਵਿਊਜ਼ ਚਾਹੀਦੇ ਆ ਉਹ ਉਹੀ ਚੀਜ਼ ਹੀ ਪ੍ਰਮੋਟ ਕਰਦੇ ਆ, ਕਿਉਂਕਿ ਮੈਨੂੰ ਲੱਗਦਾ ਨੈਗੇਟਿਵਿਟੀ ਦੀ ਟੈਂਡੈਂਸੀ ਵੱਧ ਹੁੰਦੀ ਆ ਫੈਲਣ ਦੀ ਐਸ ਕੰਪੇਅਰ ਟੂ ਆਪਾਂ ਕੋਈ ਪੋਜ਼ਿਟਿਵ ਕੰਟੈਂਟ ਕਰਦੇ ਪਏ। ਜ਼ਿਆਦਾਤਰ ਆਪਾਂ ਗਾਣੇ ਸੁਣਦੇ ਆ ਜਿਹੜੇ ਅੱਜ ਕੱਲ੍ਹ ਮੁੰਡੇ ਗਾਣੇ ਸੁਣਦੇ ਆ, ਇੱਦਾਂ ਦੇ ਹੁੰਦੇ ਆ, ਕੋਈ ਕਹਿ ਰਿਹਾ ਹੁੰਦਾ ਵਾ ਕਿ ਅੱਖਾਂ ਨੇ ਨਸ਼ੇੜੀ ਮੇਰੀਆਂ, ਮੇਰਾ ਕੋਈ ਨਾ ਕਸੂਰ ਮੁਟਿਆਰੇ, ਜਦੋਂ ਕਸੂਰ ਸਾਰਾ ਉਹਨਾਂ ਦਾ ਆਪਣਾ ਮੰਨਣਾ, ਕੋਈ ਚੱਕ ਕੇ ਮੂੰਹ 'ਚ ਪਾਉਂਦਾ ਨਹੀਂ ਕਿਸੇ ਨਜ਼ਰ। ਕੋਈ ਕਹਿਣ ਡਿਆ ਹੁੰਦਾ ਵਾ ਕਿ ਪਾਟੇ ਮੁੰਡੇ ਫਿਰਨ ਸਮਾਨ ਨਾਲ, ਕਿ ਆਪਾਂ ਸਮਾਨ ਖਾਧਾ ਹੋਇਆ ਵਾ ਤੇ ਆਪਾਂ ਹੁਣ ਕਿਸੇ ਦੀ ਮੰਨਣੀ ਨਹੀਂ ਆ। ਇੱਕ ਉਹਨਾਂ ਦੀ ਜਿੱਦਾਂ ਨਾ ਇੱਕ ਸਟੇਟਸ ਸਿੰਬਲ ਬਣ ਚੁੱਕਿਆ ਵਾ ਸੋਸਾਇਟੀ ਦੇ ਵਿੱਚ। ਤੇ ਉਹੀ ਹੁਣ ਆਪਾਂ ਕਿਉਂਕਿ ਜ਼ਿਆਦਾਤਰ ਕਹਿ ਦਿੰਦੇ ਆ ਨਾ ਆਪਾਂ ਸੈਲੀਬ੍ਰਿਟੀਜ਼ ਵੀ ਰੋਲ ਮਾਡਲ ਬਣ ਜਾਂਦੇ ਆ ਕਈਆਂ ਦੇ। ਹੁਣ ਜਿਹੜੀ ਅੱਜ ਦੀ ਜਨਰੇਸ਼ਨ ਹੈ ਨਾ, ਸਾਡੇ ਆਪਣੇ ਪੀਅਰਸ ਨੇ ਬਹੁਤ ਜ਼ਿਆਦਾ, ਉਹ ਉਹਨਾਂ ਦੀਆਂ ਰੀਲਾਂ ਬਣਾਉਣ ਵਾਸਤੇ ਕਿ ਆਪਾਂ ਉਹ ਗਾਣੇ ਦੇ ਨਾਲ ਰੀਲ ਬਣਾਉਣੀ ਆ, ਤੇ ਉਹ ਫਿਰ ਉਹ ਐਕਟੀਵਿਟੀ ਵਿੱਚ ਇੰਡਲਜ ਹੋ ਜਾਂਦੇ ਆ, ਤੇ ਉਹ ਕਰਦੇ 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 ਉਹ ਟਾਈਮ ਉਹਨਾਂ ਦੀ ਹੈਬਿਟ ਬਣ ਜਾਂਦੀ ਹੈ। ਹੁਣ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਕਲਚਰ ਵੀ ਸਾਡਾ ਰਿਸਪੌਂਸੀਬਲ ਆ ਜਿਹੜਾ ਉੱਪਰ ਬੈਠੇ ਹੋਏ ਆ। ਏਦਾਂ ਨਾ ਕੰਵਰ ਗਰੇਵਾਲ ਸਿੰਗਰ ਸੀਗੇ, ਉਹਨਾਂ ਨੇ ਇੱਕ ਪੋਡਕਾਸਟ 'ਚ ਗੱਲ ਕੀਤੀ ਸੀਗੀ ਕਿ ਸਿੰਗਰ ਕਹਿ ਦਿੰਦੇ ਆ ਕਿ ਨਾ ਆਪਾਂ ਸਾਨੂੰ ਵਿਊ ਨਹੀਂ ਮਿਲਦੇ ਜੇ ਆਪਾਂ ਉਹੋ ਜਿਹਾ ਕੰਟੈਂਟ ਵਧੀਆ ਕੱਢੀਏ, ਆਪਾਂ ਮਤਲਬ ਗੁਰਬਾਣੀ ਬਾਰੇ ਗੱਲ ਕਰ ਲਈਏ, ਕੋਈ ਪੋਜ਼ਿਟਿਵ ਚੀਜ਼ ਕਰ ਲਈਏ, ਸਾਨੂੰ ਵਿਊ ਤਾਂ ਮਿਲਦੇ ਜੇ ਆਪਾਂ ਇਹੋ ਜਿਹੇ ਗਾਣੇ ਬਣਾਈਏ, ਆਪਾਂ ਗਨ ਕਲਚਰ ਦੇ ਗਾਣੇ ਬਣਾਈਏ, ਆਪਾਂ ਨਸ਼ਿਆਂ ਉੱਤੇ ਬਣਾਈਏ, ਆਪਾਂ ਕੁੜੀਆਂ ਉੱਤੇ ਬਣਾਈਏ। ਤੇ ਉਹਨਾਂ ਨੇ ਇਹ ਗੱਲ ਕਹੀ ਜੀ ਮੈਨੂੰ ਬੜੀ ਵਧੀਆ ਲੱਗੀ। ਉਹ ਕਹਿੰਦੇ ਹੋਏ ਕਿ ਜੇ ਕੋਈ ਜ਼ਹਿਰ ਮੰਗਣ ਡਿਆ ਵਾ ਤੁਸੀਂ ਹੱਥ ਫੜ ਕੇ ਕਿਉਂ ਫੜਾਉਣ ਡੇ ਉਹਨਾਂ ਨੂੰ, ਜਿਹੜੀ ਮੇਨ ਗੱਲ ਆ ਜਾਂਦੀ ਹੈ। ਤੇ ਕਿਤੇ ਨਾ ਕਿਤੇ ਮੈਮ ਹੁਣ ਇਹ ਚੀਜ਼ਾਂ ਸਾਡੇ ਫੈਮਿਲੀ ਮੈਂਬਰਸ ਨੂੰ ਬਹੁਤ ਅਫੈਕਟ ਕਰਦੀਆਂ ਨੇ ਨਾ, ਆਪਣੇ ਸਰਾਊਂਡਿੰਗ ਨੂੰ ਬਹੁਤ ਅਫੈਕਟ ਕਰਦੀਆਂ। ਤੇ ਮੈਮ ਕਿਹੜੇ ਵੇ ਦੇ ਵਿੱਚ ਇੱਕ ਤਾਂ ਆਪਾਂ ਗੱਲ ਕਰ ਲਈ ਆ ਕਿ ਆਪਾਂ ਆਪਣੇ ਵੱਡਿਆਂ ਨੂੰ ਦੇਖਦੇ ਹਾਂ ਕਿ ਉਹ ਇਹ ਚੀਜ਼ਾਂ ਯੂਜ਼ ਕਰਦੇ ਪਏ ਆ, ਤੇ ਫਿਰ ਅੱਗੇ ਛੋਟੀ ਜਨਰੇਸ਼ਨ ਵੀ ਕਰਨ ਲੱਗ ਪੈਂਦੀ ਆ। ਬਟ ਓਵਰਆਲ ਜਿਹੜਾ ਨਾਲ ਟਰਾਮਾ ਲਿੰਕ ਹੋ ਜਾਂਦਾ ਵਾ, ਜਿਹੜੀ ਫਿਰ ਆਪਾਂ ਉਹ ਜਿਹੀ ਐਕਟੀਵਿਟੀਜ਼ ਕਰਨ ਲੱਗ ਪੈਂਦੇ ਆ ਕਿ ਆਪਾਂ ਫੈਮਿਲੀ ਨਾਲ ਪ੍ਰੋਪਰ ਇੱਕ ਰਿਲੇਸ਼ਨਸ਼ਿਪ ਮੇਨਟੇਨ ਨਹੀਂ ਕਰ ਪਾਉਂਦੇ, ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਸਾਡੇ ਪੂਰੇ ਸਰਕਲ ਨੂੰ ਇੰਪੈਕਟ ਕਰਦੀ ਆ। ਮੈਮ ਕੀ ਚੇਂਜਸ ਬੰਦਾ ਫਿਰ ਆਬਜ਼ਰਵ ਕਰਦਾ ਜਦੋਂ ਇੱਕ ਐਡਿਕਸ਼ਨ ਦੇ ਬਿਹੇਵੀਅਰ ਵਿੱਚ ਆ ਜਾਂਦਾ ਵਾ? ਓਕੇ, ਪਹਿਲਾਂ ਨਾ ਲੈਟ ਮੀ ਜਸਟ ਟਾਕ ਅਬਾਊਟ ਦੈਟ ਐਡਿਕਸ਼ਨ ਦੇ ਹੋਰ ਕੀ ਕਾਜ਼ਸ ਨੇ। ਜੈਨੇਟਿਕ ਕਾਜ਼ ਤੋਂ ਇਲਾਵਾ ਕਿ ਇਫ ਤੁਹਾਡੀ ਜਨਰੇਸ਼ਨ ਵਿੱਚ ਤੁਸੀਂ if your parents or if your great grandparents have taken up drugs or have taken up say any kind of alcohol abuse etc, ਉਹ ਚੀਜ਼ ਜਨਰੇਸ਼ਨ ਟੂ ਜਨਰੇਸ਼ਨ ਠੀਕ ਹੈ ਰਿਸਰਚ ਕਹਿੰਦੀ ਹੈ ਪਾਸ ਹੁੰਦੀ ਹੈ, ਵਿਚ ਇਜ਼ ਐਬਸੋਲੂਟਲੀ ਟਰੂ। ਬਟ ਅਪਾਰਟ ਫਰੋਮ ਜਿਵੇਂ ਕਹਿੰਦੇ ਨਾ ਨੇਚਰ ਦੈਟ ਇਜ਼ ਜੈਨੇਟਿਕਸ, ਐਨਵਾਇਰਨਮੈਂਟ ਦਾ ਬਹੁਤ ਮੇਜਰ ਰੋਲ ਹੁੰਦਾ ਹੈ ਦੈਟ ਵਾਈ ਅ ਚਾਈਲਡ ਗੈਟਸ addicted. I know of people, I have worked in the clinical setup and I have seen rehab centers. ਜਿਵੇਂ ਇੱਕ ਜਨਰੇਸ਼ਨ ਆਉਂਦੀ ਹੈ ਨਾ, ਜਿਵੇਂ ਇੱਕ ਜਨ Z ਜਿਵੇਂ ਕਹਿੰਦੇ ਆ, so I asked them, ਤੁਸੀਂ drugs ਕਿਉਂ ਲਏ? Why did you take drugs? I asked them a simple question when they first come, that what happened? Why did you take drugs? 60 to 70% of the youth they reply, ਆਪਾਂ ਤਾਂ ਫਨ ਵਿੱਚ ਲੈ ਲਏ, ਫਨ ਵਿੱਚ ਲੈ ਲਏ। ਓਕੇ, ਕਿ ਜਿਵੇਂ ਪੀਅਰਸ ਨੇ ਕਿਹਾ we tried, we felt a pleasurable effect, we felt really good, ਜਿਵੇਂ good factor feel ਹੋਇਆ and we took the drugs. Rest of them they say that ਸਾਡੇ ਘਰ ਦਾ environment ਇਹੋ ਜਿਹਾ ਸੀ that we really wanted to get into something that really gives us good vibes, that something that really gives us good factor, good feel factor. So what they do is they get into drugs because of the environment. ਕਾਫੀ ਘਰਾਂ ਵਿੱਚ ਹਜੇ ਵੀ there is a biasness between the male and the female gender. Okay, there are children जिसमें disparity की जाती है, जिਵੇਂ siblings ਦੇ ਵਿੱਚ disparity की जाती है, even if there are two boys the disparity is there among younger and the older one. So there is a disparity that is prevailing. Sometimes the children, the youth might just they keep telling me that ਸਾਡੇ ਘਰ ਦਾ environment ਇਹੋ ਜਿਹਾ ਸੀ that ਸਾਡੇ ਮਾਂ-ਬਾਪ ਨੇ ਸਾਨੂੰ ਸਮਝਿਆ ਹੀ ਨਹੀਂ. Our voices were all snubbed. Whenever we wanted to give an opinion, it was always snubbed. They never wanted to kind of get into the zone of drugs, but because the parents were not supporting enough to listen to them, to talk about them, it is very easy to point out when somebody is taking drugs, it's very easy to point out that ਇਹ ਬੰਦਾ drugs ਲੈ ਰਿਹਾ ਹੈ, ਇਹਨੂੰ ਸ਼ਰਮ ਨਹੀਂ ਆਉਂਦੀ, ਇਹਨੂੰ ਆਪਣੇ ਮਾਂ-ਬਾਪ ਨਹੀਂ ਦਿਸਦੇ, ਇਹਨੂੰ ਆਪਣੀ ਵਾਈਫ ਦੇ ਆਪਣੀ ਸਿਸਟਰ ਆਪਣੇ ਬ੍ਰਦਰ ਨਹੀਂ ਦਿਸਦੇ. It's so easy to give fallacies to somebody or throw fallacies at somebody else. But what matters in addiction is that are you a considerate parent? Have you been a considerate sister? Have you been a considerate brother there? It is an absolute brain disorder. Believe me, ਜਿਹੜਾ person drugs ਲੈਂਦਾ ਹੈ, ਕੋਈ ਵੀ form of drugs, be it chitta, that is heroin, be it opium, be it alcohol, every person has the repercussion. ਜਿਵੇਂ ਕਿ ਆਪਾਂ ਗੱਲ ਕਰਾਂਗੇ ਅੱਗੇ about the withdrawals,
ਜਦੋਂ ਨਸ਼ਾ ਬੋਡੀ ਵਿੱਚ ਰਿਮੂਵ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਆ ਡੀਟੌਕਸੀਫਿਕੇਸ਼ਨ, ਸੋ ਜਦੋਂ ਬੋਡੀ ਵਿੱਚ ਨਸ਼ਾ ਰਿਮੂਵ ਹੁੰਦਾ ਹੈ, ਉਸ ਪਰਸਨ ਨੂੰ ਹੋਸ਼ ਆਉਂਦੀ ਹੈ, ਉਹਨੂੰ ਬਹੁਤ ਬਹੁਤ ਪਛਤਾਵਾ ਹੁੰਦਾ ਹੈ ਕਿ ਮੈਂ ਕਰ ਕੀ ਬੈਠਾ। I know of people who during the time they were consuming drugs, they just wanted to kill their own family members. Why? Because family members were not giving them the money. कि ਆਪਾਂ ਤੁਹਾਨੂੰ ਮਨੀ ਨਹੀਂ ਦੇਣਾ, ਤੁਸੀਂ ਨਹੀਂ ਲੈਣਾ। they were so abusive towards their family. But what angles a society will see? The society will say कि ਇਹਨੂੰ ਸ਼ਰਮ ਨਹੀਂ ਆਉਂਦੀ ਆਪਣੇ ਮਾਂ ਬਾਪ ਨਾਲ ਕਿਹੋ ਜਿਹੀ ਗੱਲਾਂ ਕਰਦਾ। This is not the thing. The thing, after working in the clinic, one thing I realize is that more focus is on the parental counseling as compared to the person who is taking drugs. Because after all, the person who is taking drugs, ਉਹਦਾ detoxification ਹੋ ਜਾਣਾ ਹੈ, ਉਹਨੇ ਆਪਣੇ ਘਰ ਚਲੇ ਜਾਣਾ ਹੈ, ਪਰ ਘਰ ਦੇ members, how are they going to treat? If आपके घर वाले जाके आपको ये बोलेंगे कि ਹੁਣ ਤੁਸੀਂ ਬਹੁਤ ਪੈਸੇ ਸਾਡੇ ਖਰਚਾ ਦਿੱਤੇ, ਹੁਣ ਪਲੀਜ਼ ਡਰਗ ਨਾ ਲੈਣਾ, ਸਾਡੀ ਪੂਰੀ ਕਮਾਈ ਲੱਗ ਗਈ, that means that you are on the spot, you are demoralizing a person who has just got detoxificated and who's facing psychological symptoms, who's facing physical symptoms. You need to have a very very positive regard for the same. तो जो एडिक्शन के पीपल होते हैं, जो बाद में जैसे आपने क्वेश्चन पूछा कि एडिक्शन के लोग समवेयर ਉਹਨਾਂ ਦਾ ਪੈਟਰਨ ਪਤਾ ਲੱਗ ਜਾਂਦਾ ਹੈ ਕਿ ਕਿਹੋ ਜਿਹਾ ਪੈਟਰਨ ਹੁੰਦਾ ਹੈ, ਬਟ ਉਹੀ ਚੀਜ਼ that how they are behaving, how they are living their life, let's not just judge them. That's my point. We are judging addicted people. We judge a lot. So that's not the thing. The word is positive self-regard. ਜਿੱਥੇ ਤੁਹਾਨੂੰ ਆਪਣੇ biases, ਆਪਣੇ notions about the addicted people ਇੱਕ ਬੈਗ ਵਿੱਚ ਪੈਕ ਕਰਕੇ ਰੱਖਣੇ ਪੈਂਦੇ ਨੇ, ਐਂਡ ਯੂ ਹੈਵ ਟੂ ਡੀਲ ਵਿਦ ਦ ਪਰਸਨ ਵੈਰੀ ਨਾਈਸਲੀ ਦੈਟ ਓਕੇ ਤੁਸੀਂ ਡਰੱਗਸ ਲਿੱਤੇ, ਤੁਹਾਡਾ ਟ੍ਰੀਟਮੈਂਟ ਹੋ ਗਿਆ, ਲੈਟਸ ਸਟਾਰਟ ਅ ਨਿਊ ਲਾਈਫ। ਇਟਸ ਐਕਚੁਅਲੀ ਅ ਨਿਊ ਲਾਈਫ। ਪੀਪਲ ਹੈਵ 2 ਬਰਥਡੇ ਸੈਲੀਬ੍ਰੇਸ਼ਨਸ, ਦੋਜ਼ ਹੂ ਆਰ ਇਨ ਦ ਫੇਜ਼ ਆਫ ਰਿਕਵਰੀ, ਉਹ 2 ਵਾਰੀ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਨੇ, ਇੱਕ ਜਦੋਂ ਉਹਨਾਂ ਦਾ ਐਕਚੁਅਲ ਬਰਥ ਡੇਟ ਹੁੰਦਾ ਹੈ, ਤੇ ਦੂਜਾ ਵਨਸ ਦੇ ਆਰ ਫ੍ਰੀ ਆਫ ਡਰਗ ਐਡਿਕਸ਼ਨ, ਦੈਟ ਇਜ਼ ਦ ਡੇਟ ਦੇ ਸੈਲੀਬ੍ਰੇਟ ਐਜ਼ ਦੇਅਰ ਸੈਕੰਡ ਲਾਈਫ ਬਰਥਡੇ। ਆਈ ਥਿੰਕ ਇਹ ਜੋ ਵੀ ਪੇਰੈਂਟਿੰਗ ਦੇ ਵਿੱਚ ਕਮੀ ਜਾਂ ਕਿਸੇ ਅਡਿਕਟ ਨੂੰ ਨਾ ਸਮਝਣਾ, ਇਹ ਲੈਕ ਆਫ ਅਵੇਅਰਨੈਸ ਹੀ ਸਾਡੀ ਸੁਸਾਇਟੀ ਦੇ ਵਿੱਚ ਕਾਫੀ, ਸਾਡੇ ਸਿਨੇਮਾ ਦੇ ਵਿੱਚ ਇੱਦਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਚੀਜ਼ ਨੂੰ ਸਮਝਾਇਆ ਜਾ ਸਕੇ। ਜਿਵੇਂ ਇੱਕ ਪਿੱਛੇ ਜਿਹੀ ਮੂਵੀ ਆਈ ਸੀ ਨਾਰਕੋਸ ਕਰਕੇ, ਉਹਦੇ ਵਿੱਚ ਉਹਨਾਂ ਨੇ ਕਾਫੀ ਗਲੋਰੀਫਾਈ ਕੀਤਾ ਸੀ ਡਰੱਗਸ ਦੇ ਵਪਾਰ ਨੂੰ ਵੀ, ਡਰੱਗਸ ਲੈਣ ਨੂੰ ਵੀ, ਪਰ ਐਟ ਦੀ ਐਂਡ ਉਹਨਾਂ ਨੇ ਇੱਕ ਬਹੁਤ ਪੋਜ਼ੀਟਿਵ ਨੋਟ 'ਤੇ ਛੱਡਿਆ ਹੈਗਾ ਕਿ ਭਾਵੇਂ ਇੱਕ ਜੋ ਵੀ ਡਰੱਗ ਯੂਜ਼ ਕਰਦਾ ਵਾ ਉਹਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਅਗਰ ਉਹ ਨਾ ਛੱਡੇ, ਪਰ ਉਹਨੂੰ ਇੱਕ ਪੋਜ਼ੀਟਿਵ ਵੇ 'ਚ ਵਿਖਾਇਆ ਗਿਆ ਸੀਗਾ। ਹੁਣ ਇਸੇ ਦੇ ਜਿਵੇਂ ਉੜਦਾ ਪੰਜਾਬ ਹੈਗਾ, ਉੜਦਾ ਪੰਜਾਬ ਦੇ ਵਿੱਚ ਐਂਡਿੰਗ ਉਹਨਾਂ ਨੇ ਪੋਜ਼ੀਟਿਵ ਨੋਟ 'ਤੇ ਇਸੇ ਕਰਕੇ ਕੀਤੀ ਸੀ ਕਿ ਸ਼ਾਇਦ ਹਾਂ ਆਪਾਂ ਇੱਕ ਪੋਜ਼ੀਟਿਵ ਇੰਪੈਕਟ ਪਾ ਸਕੀਏ ਜਿਹੜੇ ਛੱਡਣਾ ਚਾਹੁੰਦੇ ਆ। ਹੁਣ ਜਿਵੇਂ ਆਪਾਂ ਇੱਕ ਉਹ ਫਿਲਮ ਵੇਖੀ ਸੀ ਸੰਜੇ ਦੱਤ ਦੀ ਜਿਹੜੀ ਮੂਵੀ ਆਈ ਸੀ ਸੰਜੂ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਰਿਕਵਰੀ ਫੇਜ਼ ਦਿਖਾਇਆ ਸੀਗਾ। ਉਹਦਾ ਰਿਕਵਰੀ ਫੇਜ਼ ਇੱਕ ਕਾਫੀ ਰੀਅਲਿਜ਼ਮ ਸੀ ਕਿ ਉਹਨਾਂ ਨੇ ਪ੍ਰੋਪਰ ਵਿਡਰੋਲ ਸਿੰਪਟਮਸ ਦਿਖਾਏ, ਜਿਵੇਂ ਉਹਨੂੰ ਬੈੱਡ ਨਾਲ ਬੰਨ੍ਹ ਦਿੰਦੇ ਸੀ, ਉਹ ਛਾਲਾ ਮਾਰਦਾ, ਇਹ ਕਰਦਾ, ਪਰ ਅਗਰ ਕੋਈ ਕਲੀਨਿਕਲ ਪਰਸਨ ਨਹੀਂ ਹੋਏਗਾ, ਉਹਨੂੰ ਇਹ ਚੀਜ਼ ਕਾਫੀ ਡਿਸਟਰਬਿੰਗ ਲੱਗੇ ਅਤੇ ਉਹ ਇਸ ਚੀਜ਼ ਤੋਂ ਭੱਜਣਾ ਚਾਹੇਗਾ। ਅਤੇ ਜਿਵੇਂ ਸਾਡੇ ਘਰ ਦੇ ਹੋਣਗੇ, ਅਗਰ ਕੋਈ ਅਡਿਕਟਿਡ ਉਹਨਾਂ ਸਾਹਮਣੇ ਜਾ ਕੇ ਇਹ ਕੁਛ ਕਰੇਗਾ ਤਾਂ ਓਬਵੀਅਸ ਜੀ ਗੱਲ ਹੈ ਉਹ ਡਰ ਜਾਣਗੇ ਕਿ ਹਾਂ ਇਹ ਕੀ ਕਰਨ ਦਿਆ ਵਾ, ਇਹ ਤੋਂ ਦੂਰ ਭੱਜੋ। ਅਤੇ ਇੱਕ ਪਰਸਨ ਦਾ ਜ਼ਿਆਦਾ ਇੱਕ ਹਾਈ ਲੈਵਲ 'ਤੇ ਜਾ ਕੇ ਅਡਿਕਸ਼ਨ 'ਚ ਫਸ ਜਾਣਾ, ਉਹ ਇਸੇ ਕਰਕੇ ਹੁੰਦਾ ਕਿ ਲੋਕ ਉਹਦਾ ਦੂਰ ਭੱਜ ਜਾਂਦੇ ਆ। ਹੁਣ ਮੈਂ ਅਗਰ ਦਰਬਾਰ ਸਾਹਿਬ ਦੇ ਏਰੀਏ 'ਚ ਰਹਿਣਾ ਨਾ, ਅਤੇ ਸਾਡੇ ਲਾਗੇ ਕਾਫੀ ਇੱਕ ਹੈਗੀ, ਜਿਵੇਂ ਹੁੰਦੇ ਨਾ ਹੋਟਲਸ ਦੇ ਵਿੱਚ ਕਮਿਸ਼ਨ ਬੇਸ ਕੰਮ ਕਰਨ ਵਾਲੇ, ਉਹਨੇ ਇਸ ਤਰ੍ਹਾਂ ਇੱਕ ਆਪਣੀ ਰੂਟੀਨ ਬਣਾ ਲਈ ਆ। ਉਹਨਾਂ ਨੇ ਸਵੇਰੇ ਉੱਠਣਾ ਵਾ, ਉਹਨੇ 2-3 ਹੋਟਲ 'ਚ ਕਮਿਸ਼ਨ ਲੈ ਲੈਣੀ ਆ ਕਿ ਰੂਮ ਲਵਾ ਕੇ ਦਿੱਤਾ ਵਾ, ਉਹਨੇ ਕੁਛ ਨਹੀਂ ਕਰਨਾ, ਪੈਸੇ ਆਏ, ਉਹਨਾਂ ਨੇ ਆਪਣਾ ਇੰਜੈਕਸ਼ਨ ਲਾ ਕੇ ਅਤੇ ਉਹ ਐਂ ਹਿੱਲਦੇ ਹੁੰਦੇ, ਐਂ ਕਰਕੇ ਪੂਰਾ ਐਂ ਹਿੱਲਦੇ ਹੁੰਦੇ, ਅਤੇ ਲੋਕ ਉਹਨਾਂ ਨੂੰ ਵੇਖ ਕੇ ਭੱਜ ਜਾਂਦੇ ਆ। ਅੱਜ ਤੱਕ ਮੈਂ ਇਹ ਨਹੀਂ ਵੇਖਿਆ ਕਿ ਹਾਂ ਕੋਈ ਉਹਨਾਂ ਕੋਲ ਜਾ ਕੇ ਪੁੱਛਦਾ ਕਿ ਹਾਂ ਕੀ ਹੋ ਗਿਆ ਵਾ, ਜਾਂ ਤੈਨੂੰ ਡਾਕਟਰ ਕੋਲ ਛੱਡ ਆਵਾਂ, ਇੱਦਾਂ ਦੀ ਚੀਜ਼ਾਂ। ਅਤੇ ਲੈਕ ਆਫ ਅਵੇਅਰਨੈਸ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਹਾਂ ਕੋਈ ਇੱਕ ਬੱਚਾ ਅਡਿਕਸ਼ਨ, ਕੋਈ ਇੱਕ ਇਨਸਾਨ ਜਾਂ ਬੱਚਾ ਅਡਿਕਸ਼ਨ 'ਚ ਫਸ ਜਾਂਦਾ ਵਾ। ਅਤੇ ਉਸ ਚੀਜ਼ ਤੋਂ ਸਾਨੂੰ ਇੱਕ ਮੋਰੈਲਿਟੀ ਦਾ ਕੁਐਸਚਨ ਵੀ ਆ ਜਾਂਦਾ ਵਾ ਕਿ ਹਾਂ ਇੱਕ ਇਨਸਾਨ ਦੀ ਮੋਰੈਲਿਟੀ ਕਿੰਨੀ ਕੁ ਡਾਊਨ ਹੋ ਜਾਂਦੀ ਆ ਜਦੋਂ ਉਹ ਇੱਕ ਅਡਿਕਸ਼ਨ 'ਚ ਫਸ ਜਾਂਦਾ ਵਾ। ਕਿਤੇ ਨਾ ਕਿਤੇ ਮੈਮ ਜਦੋਂ ਆਪਾਂ ਮੋਰੈਲਿਟੀ ਦੀ ਗੱਲ ਕਰਨ ਲੱਗ ਪੈਂਦੇ ਹਾਂ ਨਾ, ਜਿਹੜਾ ਬੰਦਾ ਡਰੱਗਸ ਲੈਂਦਾ ਪਿਆ ਉਹਦੇ ਆਪਣੇ ਮਨ ਦੇ ਵਿੱਚ ਗਿਲਟ ਵੀ ਆ ਜਾਂਦਾ ਵਾ, ਥੋੜ੍ਹੀ ਜਿਹੀ ਸ਼ੇਮ ਵੀ ਹੁੰਦੀ ਆ, ਸੋਸਾਇਟੀ ਵਾਲੇ ਸ਼ੇਮ ਕਰਦੇ ਉਹਨੂੰ, ਆਪਣੇ 'ਤੇ ਵੀ ਸ਼ੇਮ ਆਉਣ ਲੱਗ ਪੈਂਦੀ ਆ।
ਉਹ ਫਿਰ ਉਹ ਸ਼ੇਮ ਨੂੰ ਮੈਨੂੰ ਲੱਗਦਾ ਕੋਪ ਅਪ ਕਰਨ ਵਾਸਤੇ ਉਹਨੂੰ ਕੋਈ ਰਸਤਾ ਤਾਂ ਲੱਭਦਾ ਨਹੀਂ ਹੈ ਤੇ ਫਿਰ ਉਹ ਸਾਈਕਲ 'ਚ ਫਸ ਜਾਂਦਾ ਵਾ ਤੇ ਕਿੱਦਾਂ ਨਿਕਲਿਆ ਜਾ ਸਕਦਾ ਇਸ ਚੀਜ਼ ਤੋਂ ਬਾਹਰ ਸੀ ਦ ਥਿੰਗ ਇਜ਼ ਕਿ ਜਿਵੇਂ ਜੋ ਪਰਸਨ ਐਡਿਕਟਡ ਹੋ ਜਾਏ ਠੀਕ ਹੈ ਸਭ ਤੋਂ ਪਹਿਲਾ ਦ ਥਿੰਗ ਇਜ਼ ਦੈਟ ਯੂ ਨੀਡ ਟੂ ਹੈਵ ਕੰਸਲਟੇਸ਼ਨ a professional consultation until and unless you don't seek a professional consultation and you don't talk about your symptoms you need to be very transparent with the person matlab with the psychologist or with the psychiatrist I have seen patients of every level. I've seen patients doing IVs. I've seen patients doing snortings. I've seen patients consuming the kind of drugs that a lot of people might not be aware of, which I will be talking about it. But at the same time, the support of the family, अगर family support कर रही है, अगर सब family उन्होंने लेके आ रही है clinic या ਉਹਨਾਂ ਦੀ ਖੁਦ ਦੀ ਵਿਲ ਪਾਵਰ ਹੈ ਕਿ ਨਹੀਂ ਮੈਂ ਠੀਕ ਹੋਣਾ ਹੈ I want to be fine and they are landing up in the clinic in the psychiatric clinic so somewhere ਉਹ ਚੀਜ਼ ਬਹੁਤ help ਕਰਦੀ ਹੈ the stage of when I say experimentation and the stage of regular user and somewhere dependence that can be cured and that can be changed to something positive with the help of counseling as well. But if I talk of addiction, you need medications. Without medications, even counseling cannot work. And there are medications which help you to not crave for a particular thing. Aversive conditioning hundi hai. Jive aversive conditioning da matlab hai jive there are medications supposedly if the person who is taking drugs ਉਹਨਾਂ ਦਾ ਨਹੀਂ ਮਨ ਕਿ ਮੈਂ ਕਲੀਨਿਕ ਜਾਵਾਂ ਜਾਂ ਉਹਨਾਂ ਦਾ ਨਹੀਂ ਮਨ ਕਿ ਮੈਂ ਕਿਸੇ ਹਸਪੀਟਲ ਵਿੱਚ ਆਪਣਾ ਟਰੀਟਮੈਂਟ ਕਰਾਵਾਂ ਸੋ ਵਾਟ ਦੇ ਡੂ ਇਜ਼ ਦੈਟ ਉਹਨਾਂ ਦੀ ਫੈਮਿਲੀ ਮੈਂਬਰ they come to us, they tell us that ਸਾਡਾ ਪੇਸ਼ੈਂਟ ਆਉਣ ਨੂੰ ਰੈਡੀ ਨਹੀਂ ਹੈ so what should we do, how should we take it? So there are certain medications that the doctors, the psychiatrists, they do prescribe and when that is given to the person, that is the patient, in the form of say dissolving in the food or in the form of say dissolving some in some some drink etc, that person will have side effects of it. But ਇਹ ਚੀਜ਼ ਪਹਿਲਾਂ ਹੀ guardians ਨੂੰ ਸਮਝਾ ਦਿੱਤੀ ਜਾਂਦੀ ਹੈ ਕਿ side effects can happen. Side effects can be in many forms. It can be rashes, it can be the fluctuations of your BP levels, it could be redness of your face. But then the guardians are counseled ਕਿ ਤੁਸੀਂ ਉਹਨਾਂ ਨੂੰ ਇਹੀ ਕਹਿਣਾ ਹੈ ਕਿ this is because of now the addiction repercussion. ਜਿਹੜਾ ਵੀ ਤੁਸੀਂ salt ਲੈ ਰਹੇ ਹੋ, ਜਿਹੜਾ ਵੀ ਤੁਸੀਂ drug ਲੈ ਰਹੇ ਹੋ, ਇਹ ਉਹਦੇ repercussions ਨੇ. So this is one way. ਉਹਨਾਂ ਦੇ ਲਈ ਜਿਨ੍ਹਾਂ ਦੇ ਪੇਸ਼ੈਂਟਸ ਜਿਨ੍ਹਾਂ ਦੇ ਘਰ ਵਿੱਚ ਕੋਈ ਵੀ ਇਨਸਾਨ ਨਹੀਂ ਹਸਪੀਟਲ ਟਰੀਟਮੈਂਟ ਕਰਾਉਣਾ ਚਾਹੁੰਦਾ so there are certain parts but then the best one is if the patient himself or herself is coming to the hospital and getting the treatment done. There are medications, you just have to speak it out, you just have to be verbal. जैसे I remember when I was working in the hospital, one of the hospitals, so a patient came to me. He was around 22, 23 years old, okay? He came to me and his father and mother, they were around with him and he came to me willingly. He said ki ma'am main na drugs chhadne main alcohol chhadni hai. But after I analyzed his condition and the way he was speaking up, the way his behavioral symptoms were coming, I was sure that this person is just not taking alcohol, eh kuch aur bhi le reha si. So I tried to send the parents out, okay, and I tried to make a rapport with my patient, with the person there. And ultimately when I made him comfortable, he did utter and keda eho jiha nasha see that he was not taking. He was taking medications, he was taking vapes, he was taking these chitta, he was taking smack, and chitta also in the form of IVs. He was not snorting, he was taking it in the form of IVs. He was taking a lot of drugs, like anything that a lot of cough syrups, ek bottle pee jani. So he was into everything, but then he realized that this is wrong. He came on his own. So willpower ਜਿਹੜੀ ਸੀ, he came ਜਦ ਉਹਨਾਂ ਨੂੰ ਐਡਮਿਟ ਕੀਤਾ ਗਿਆ for the detoxification procedure. He just told me one thing, that my parents should not know that beyond alcohol I'm taking something because I don't want to break their hearts. And believe me, the withdrawals that he faced, because they were immense withdrawals ਹੁੰਦੇ ਨੇ ਕਿ repercussions ਕੀ ਹੁੰਦੀ ਹੈ after you lose or after you don't take the drugs.
So he had physical withdrawals, he had psychological withdrawals, he was feeling the pain, he was feeling the psychological issues, he was feeling irritated, he was feeling frustrated. So a lot of other symptoms jo aande ne. But ultimately, just because he spoke everything to me and I made the things very confidential with the psychiatrist as well, and then the treatment, it got, and believe me, it is his fifth recovery month. So he is doing absolutely fine. He had a relapse, जिसके बारे में हम बात करेंगे later on, but he had a relapse for like a year, but again he bounced back. So all that matters is your verbal things. So either your parents or your guardians need to be verbal, और you आपको out, जैसे आपने बोला society outcast कर देती है कि ऐसा बहुत ही माड़े लोग ने. You need to identify it. You need to identify. Okay, ठीक है. ਮਤਲਬ ਇਹਦੇ ਵਿੱਚ ਕੁਝ ਸਾਡਾ ਵੀ ਰੋਲ ਹੈ ਕਿ ਹਾਂ ਆਪਾਂ ਅਗਰ ਕੋਈ ਐਸਾ ਇਨਸਾਨ ਆਪਣੇ ਸਾਹਮਣੇ ਵੇਖਦੇ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਉਹਦੀ ਹੈਲਪ ਕਰ ਸਕੀਏ. ਅਤੇ ਇਸੇ ਤਰੀਕੇ ਫਿਰ ਜਿਵੇਂ ਆਪਾਂ ਗੱਲ ਕਰ ਰਹੇ ਤੁਸੀਂ ਸਟਾਰਟਿੰਗ 'ਚ ਦੱਸਿਆ ਕਿ 2 ਤਰ੍ਹਾਂ ਦੀ ਐਡਿਕਸ਼ਨ ਹੁੰਦੀ ਆ. ਇੱਕ ਆਪਣੀ ਸਬਸਟੈਂਸ਼ੀਅਲ ਹੋ ਗਈ ਅਤੇ ਇੱਕ ਬਿਹੇਵੀਅਰਲ ਹੋ ਗਈ. ਅਤੇ ਸਬਸਟੈਂਸ਼ੀਅਲ ਐਡਿਕਸ਼ਨ ਬਾਰੇ ਸ਼ਾਇਦ ਆਪਾਂ ਕਾਫੀ ਗੱਲ ਕਰ ਲਈ ਹੈ, ਅਤੇ ਮੈਂ ਚਾਹੁੰਦਾ ਕਿ ਆਪਾਂ ਥੋੜ੍ਹਾ ਬਿਹੇਵੀਅਰਲ ਐਡਿਕਸ਼ਨ ਨੂੰ ਵੀ ਚੰਗੀ ਤਰੀਕੇ ਜਾਣ ਪਾਈਏ. ਅਤੇ ਇਹ ਕਿਵੇਂ ਇੱਕ ਅੱਜ ਦੀ ਸੁਸਾਇਟੀ ਦੇ ਵਿੱਚ ਅੱਜ ਦੀ ਯੂਥ ਜੋ ਸਾਡੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੀ ਆ, ਉਹ ਕਿਵੇਂ ਇੱਕ ਮੇਜਰ ਬਿਹੇਵੀਅਰ ਐਡਿਕਸ਼ਨ ਫੇਸ ਕਰਦੀ ਹੈ, ਕਿਹੜੀਆਂ ਐਸੀਆਂ ਕੇਸਿਸ ਹੈ ਜੋ ਤੁਸੀਂ ਖੁਦ ਐਨਕਾਊਂਟਰ ਕੀਤੇ ਹੋਣ? Okay, see, behavioral addiction basically hundi hai, it's not the addiction of a substance, obviously. Behavioral addiction basically is when you are fixated on a certain kind of behavior, when you are fixated on a certain kind of habit and you are not able to leave that habit. For example, ਜਿਵੇਂ ਆਪਾਂ ਗੱਲ ਕਰੀਏ OCD ਦੇ ਬਾਰੇ. So OCD, obsessive compulsive disorder, where you want to do certain things, where you get an obsession and you want to compulsively do something. So when we are into the habit of addiction, behavioral addiction, somewhere behavioral addiction also overpowers substance addiction. Jive suppose addiction, the person who is experimenting, the person who is a regular user and the person who is a dependent person on drugs, or somewhere pleasure nu mind which rakda hai. But when I talk about addicted people, ਆਪਾਂ ਪੰਜਾਬੀ ਵਿੱਚ ਨਸ਼ੇੜੀ ਕਹਿੰਦੇ ਨੇ, addicted people are absolutely aware that this particular thing is wrong for me. That is why ਕਦੇ ਕਦੇ ਦੇ ਕਸਮਾਂ ਖਾਂਦੇ ਨੇ ਕਿ ਅੱਛਾ ਬੱਚਿਆਂ ਦੀ ਕਸਮ ਮੈਂ ਨਹੀਂ ਖਾਵਾਂਗਾ, ਮੈਂ ਨਹੀਂ ਕੁਝ ਲਵਾਂਗਾ, I swear I won't. Yet they land up and we keep grumbling ਕਿ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਬਖਸ਼ਿਆ, ਤੁਸੀਂ ਆਪਣੇ ਫਲਾਣੇ parent ਨੂੰ ਨਹੀਂ ਬਖਸ਼ਿਆ, ਤੁਸੀਂ ਕਸਮ ਖਾਂਦੇ ਰਹਿੰਦੇ ਹੋ. But that person, by the time he becomes addicted at the last stage, he has behavioral addiction, wherein there is a psychological urge that ede bina main reh hi nahi sakta, I cannot live without it. They are absolutely aware that it is causing me harm, but they have to take it. So this is called behavioral addiction, when your psychological urges, they overpower your physicality also. You know how to cope up, but you're not able to. Why? Because your behavior gets fixated. So obsessive compulsive disorder bhi eho cheez hai. It is a form of behavioral addiction. Another could be overeating. When you're eating a junk food, it becomes an addiction. It becomes somewhere ki sanu karda food nahi pasand aa raha, and after Zomato and after Swiggy has come over, the behavioral addiction to eat junk foods, to eat the foods and to eat those toxic foods to nahi khane chahiye at particular time or particular duration with 24 hours availability, you are getting into such addictions. You're overpowering such things. So behavioral addiction is something that overpowers the major addiction also, the substance addiction also. ਜਿਵੇਂ ਆਪਾਂ ਵੀਡੀਓ ਗੇਮਸ ਖੇਲ ਰਹੇ ਹਾਂ, ਜਿਵੇਂ ਆਪਾਂ ਮੋਬਾਈਲਸ ਯੂਜ਼ ਕਰ ਰਹੇ ਹਾਂ, what is this is behavioral addiction, because you are overpowering, you are fixated with a particular behavior, you have made it a ritual. ਜਿਵੇਂ ਆਪਾਂ ਸਵੇਰੇ ਬ੍ਰਸ਼ ਕਰਦੇ ਹਾਂ, that's a ritual. ਆਪਾਂ ਸਵੇਰੇ 6 ਵਜੇ ਉੱਠੇ ਜਾਂ ਸਵੇਰੇ 10 ਵਜੇ ਉੱਠੇ, the first thing that we want to go ahead is that we want to obviously know that we want to brush the teeth. But now if you ask, today's generation will just look at the phones first. Kiri snap aayi hai. That what is going on. So this is behavior. You get fixated on behavior. ਆਪਾਂ ਮੈਂ ਆਵਾਂਗੇ ਬਿਹੇਵੀਅਰ ਐਡਿਕਸ਼ਨਸ ਬਾਰੇ ਹੋਰ ਗੱਲ ਕਰਾਂਗੇ, ਬਟ ਮੈਂ ਇੱਕ ਮਤਲਬ ਮੇਰਾ ਪਰਸਨਲ ਕੁਐਸਚਨ ਵੀ ਹੈਗਾ ਕਿ ਮੈਂ ਤੁਹਾਨੂੰ ਸਟੱਡੀ ਬਾਰੇ ਦੱਸਿਆ ਨਾ ਕਿ ਉਹਦੇ ਵਿੱਚ ਆਪਾਂ 30 ਲੱਖ ਇੰਡੀਵਿਜੂਅਲ ਐਲਕੋਹਲ ਲੈਂਦੇ ਪਏ ਆ ਤੇ 15 ਲੱਖ ਟੋਬੈਕੋ ਯੂਜ਼ਰਸ ਨੇ, 170,000 ਇੰਡੀਵਿਜੂਅਲਸ ਜਿਹੜੇ ਹੈਗੇ ਓਪੀਓਇਡ ਯੂਜ਼ਰ ਸੀਗੇ. ਉਹਦੇ ਵਿੱਚ ਪ੍ਰੀਡੋਮੀਨੈਂਟਲੀ
ਮੇਲ ਹੀ ਹੈ। ਹੁਣ ਫੀਮੇਲਸ ਜਦੋਂ ਆਪਾਂ ਗੱਲ ਕਰਦੇ ਹਾਂ, ਫੀਮੇਲਸ ਦਾ ਮੈਨੂੰ ਲੱਗਦਾ ਵਾ ਕਿ ਮੇਬੀ ਉਹ ਉਨੀ ਉਹਨਾਂ ਦੇ ਨੰਬਰਸ ਰਿਪੋਰਟ ਵੀ ਨਹੀਂ ਹੁੰਦੇ ਹੋਣੇ, ਕਿਉਂਕਿ ਸਟਿਗਮਾ ਰਹਿੰਦਾ ਵਾ, ਡਰ ਵੀ ਰਹਿੰਦਾ ਵਾ ਕਿ ਆਪਾਂ ਨਾ ਕਿਤੋਂ ਆਪਣਾ ਖੋ ਪਾਵਾਂਗੇ। ਤੇ ਤੁਸੀਂ ਕੀ ਓਬਜ਼ਰਵ ਕੀਤਾ ਵਾ ਫੀਮੇਲ ਬਿਹੇਵੀਅਰ ਜਿਹੜਾ ਵਾ ਆਪਣਾ, ਫੀਮੇਲ ਕਿਹੜੇ ਵੇ ਦੇ ਵਿੱਚ ਐਡਿਕਟ ਹੋ ਜਾਂਦੀਆਂ ਨੇ ਕਈ ਚੀਜ਼ਾਂ ਨੂੰ, ਕੀ ਉਹਨਾਂ ਦੇ ਰੀਜ਼ਨਸ ਰਹਿੰਦੇ ਆ, ਤੇ ਕੀ ਤੁਹਾਡੇ ਆਬਜ਼ਰਵੇਸ਼ਨਸ ਰਹੀਆਂ ਉਹਨਾਂ ਨੂੰ ਲੈ ਕੇ? Okay. See, when I talk about male addiction ਦਾ ਬਹੁਤ ਡੇਟਾ ਹੈ ਜੋ ਰਿਪੋਰਟ ਹੁੰਦਾ ਰਹਿੰਦਾ ਹੈ, ਠੀਕ ਹੈ। ਰਿਸਰਚਸ ਭਰੀਆਂ ਭਰੇ ਨੇ ਗੂਗਲ ਦੇ ਵਿੱਚ, anywhere you see on the research papers also, everywhere you will see that males are more addicted as compared to females, be it substance addiction or be it behavioral addiction, which is somewhere true also. I'm not saying it is not true, but at the same time, females, the ratio is less, but the females don't do experimentation, the females don't do regular usage, the females don't go for dependence. They are an overdoser. Any females that you will come across who are into addictions, etc., they take it to have an overdosage of it. So it is reported, I have read of researches which says that the women who are taking drugs, they tend to become more addictive quickly as compared to the males. And the reasons obviously might be separate reasons, could be work pressures, could be toxic parenting, could be how your partner is a non-supportive spouse there, if you're not maintaining a work balance and family balances, specifically for the women who are married, who are not happy with their marriages, etc. There can be several reasons like that, but what matters here is that females, they overdose and they tend to become addicted more quickly as compared to males. This is the thing that we should be speaking about. This is the thing that we should be talking about more often. We always associate drugs with males. I'll give you one example. So there was a lady who came up to me. She basically, when I was working with one of the hospitals here in Amritsar, so she came up to me and she reported to me a kind of drug that even I was not aware. Okay, I was not aware of that drug when she named that drug. So she basically was a woman who had just got the separation done from her husband, filthy rich lady. Okay, from a town in Punjab. Very, very sorted financially, and was working from home, and she was doing great, but there was no happiness, there was no satisfaction. So she told me that I go to this place called Dharamshala once in every month. So she said, I am addicted there to a certain drug and I want to leave that drug. So I said, what is the drug that you are taking? The drug is called, it's not much talked about, you will not find it much, but the drug's name is called Pink Mercedes. The name of the drug is Pink Mercedes. When I tell my students about it, they are like very happy. They are so mesmerized with the terminology I'm using. But believe me, when I also heard of this term, I said Pink Mercedes because I had never heard of this drug. So then she told me it is like a form of powder which you have to take which you have to just take a little of it, and that little of it, uska nasha jo hai wo last karta hai for around 4 days, and you become absolutely numb, absolutely zoned out. You don't know what is going on. And she positively talked about it, extensively talked about it, and then she told me that after taking that drug, I have been raped because these kind of drugs, they are used amongst the population who are very, very financially sound. Because Pink Mercedes ਜਿਹਦਾ ਨਸ਼ਾ 4 ਦਿਨ ਦੇ ਵਿੱਚ ਰਹਿਣਾ ਹੈ, ਤੁਸੀਂ ਖੁਦ ਸੋਚੋ ਉਹ ਨਸ਼ਾ ਕਿਤਨਾ ਜ਼ਿਆਦਾ, it might be strong. So it happens amongst the rave parties. The rave parties are specifically the parties of these youth or the lot that are financially very sound, and they are just having fun, they are enjoying. And she told me that I don't know who raped me, I don't know who slept with me, I really don't know, I just know that I have been raped. So she wanted to leave that, and the kind of withdrawal she had when we admitted her up, it was devastating to see her. But yes, it was again the strength to cope up that was there. all right ਜਿਵੇਂ ਤੁਸੀਂ ਰੇਵ ਪਾਰਟੀ ਦੀ ਗੱਲ ਕੀਤੀ ਨਾ, I went to Kasol, ਤੇ ਕਸੌਲ ਦੇ ਵਿੱਚ ਇਹ ਕਲਚਰ ਆ yes ਕਿ
ਅਗਰ ਤੁਸੀਂ ਉੱਥੇ ਨਾ ਕੈਂਪਸ ਹੁੰਦੇ ਆ, ਰਿਵਰ ਸਾਈਡ ਕੈਂਪਸ ਆ, ਉੱਥੇ ਤੁਸੀਂ ਹਰ 20 ਮਿੰਟ ਦੇ ਬਾਅਦ ਜਾਓਗੇ ਨਾ, ਇੱਕ ਰੇਵ ਪਾਰਟੀ ਹੁੰਦੀ ਆ। ਉਹਨਾਂ ਦਾ ਮੋਟਿਵ ਕੀ ਹੁੰਦਾ ਵਾ, ਵੀ ਆਰ ਪ੍ਰੇਇੰਗ ਟੂ ਸ਼ਿਵਾ, ਲਾਰਡ ਸ਼ਿਵ ਜੀ ਨੂੰ ਪ੍ਰੇ ਕਰ ਰਹੇ ਹਾਂ ਅਸੀਂ, ਉਹਨਾਂ ਦੇ ਵੀਡ ਫੂਕ ਕੇ ਆਪਾਂ ਉਹਨਾਂ ਨੂੰ ਪ੍ਰੇ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਉਹਨੂੰ ਲੱਗਦਾ ਕਿ ਅਸੀਂ ਇੱਕ ਵੱਖਰੇ ਡਾਇਮੈਂਸ਼ਨ ਜਾ ਕੇ ਉਹਨਾਂ ਨੂੰ ਪ੍ਰੇ ਕਰ ਰਹੇ ਹਾਂ। ਬਟ ਇਟਸ ਅ ਕੋਪ ਅਪ ਚੀਜ਼ ਕਿ ਹਾਂ ਬਸ ਉਹ ਇੱਕ ਨਸ਼ੇ ਨੂੰ ਇੱਕ ਪੋਜ਼ਿਟਿਵ ਵੇ 'ਚ ਵਿਖਾਉਣਾ ਚਾਹੁੰਦਾ ਕਿ ਹਾਂ ਅਸੀਂ ਵੀਡ ਫੂਕ, ਯੂ ਆਰ ਜਸਟ ਅਡੋਪਟਿੰਗ ਅ ਰਿਲੀਜੀਅਸ ਸੈਂਸਿਟੀ ਬਿਹਾਈਂਡ ਇਟ। ਜਿਵੇਂ ਸ਼ਿਵਰਾਤਰੀ ਵਿੱਚ ਭੰਗ ਯੂਜ਼ ਹੁੰਦੀ ਹੈ, ਪੀਪਲ ਸੇ ਦੈਟ ਯੂ ਨੋ ਦਿਸ ਇਜ਼ ਦਾ ਸ਼ਿਵ ਜੀ ਦਾ ਪ੍ਰਸਾਦ। So this is just you are attaching a religious sanctity and reason behind it, which is absolutely so fickle. ਜਿਵੇਂ ਹੁਣ ਤੁਸੀਂ ਗੱਲ ਕੀਤੀ ਨਾ ਭੰਗ ਦੀ, ਕਿ ਹਾਂ ਲੋਕ ਭੰਗ ਯੂਜ਼ ਕਰਦੇ ਆ, ਅਗਰ ਆਪਾਂ ਇੱਕ ਸਪਿਰਿਚੁਅਲ ਲੈਵਲ 'ਤੇ ਦੇਖੀਏ ਤੇ ਆਈ ਹੈਵ ਸੀਨ ਡਾਕੂਮੈਂਟਰੀਜ਼, ਉਹਦੇ ਵਿੱਚ ਅਘੋਰੀਜ਼ ਜਾਂ ਜਿਹੜੇ ਸੰਤ ਹੁੰਦੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਹਾਂ ਤੁਸੀਂ ਕਿਉਂ ਕੰਜ਼ਿਊਮ ਕਰਦੇ ਹੋ। ਅਗਰ ਜਦੋਂ ਆਪਾਂ ਭੰਗ ਕੰਜ਼ਿਊਮ ਕਰਦੇ ਆ ਤੇ ਉਹ ਸਾਡਾ ਫੋਕਸ ਵਧਾ ਦਿੰਦੀ ਆ, ਉਹ ਇਸ ਤਰ੍ਹਾਂ ਫੋਕਸ ਵਧਾਉਂਦੀ ਹੈ ਕਿ ਉਹ ਫੋਕਸ ਉਹਨੇ ਕਰਨਾ ਕੀ ਆ, ਜੋ ਵੀ ਤੁਸੀਂ ਕੰਮ ਕਰਨ ਦੇ ਉਹਨੇ ਉਸ ਚੀਜ਼ ਤੁਹਾਡਾ ਫੋਕਸ ਵਧਾ। ਅਗਰ ਤੁਸੀਂ ਹੱਸਣ ਦੇ ਤੁਸੀਂ ਹੱਸੀ ਜਾਓਗੇ, ਅਗਰ ਤੁਸੀਂ ਨੱਚ ਰਹੇ ਤੁਸੀਂ ਨੱਚੀ ਜਾਓਗੇ। ਅਤੇ ਜਿਹੜੇ ਸਾਧੂ ਸੰਤ ਹੁੰਦੇ ਉਹ ਤਾਂ ਕੰਜ਼ਿਊਮ ਕਰਦੇ, ਉਹ ਆਪਣੀ ਮੈਡੀਟੇਸ਼ਨ ਵੱਲ ਫੋਕਸ ਕਰਨਾ ਚਾਹੁੰਦੇ ਆ। ਅਤੇ ਇੱਦਾਂ ਹੁੰਦਾ ਵੀ ਆ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਚੀਜ਼ ਕਹੀ ਸੀ ਕਿ ਅਗਰ ਤੁਸੀਂ ਭੰਗ ਪੀ ਕੇ ਮੂਰਖਤਾ ਕਰ ਰਹੇ ਫਿਰ ਤੁਸੀਂ ਪਾਗਲ ਹੋ, ਫਿਰ ਤੁਹਾਨੂੰ ਨਹੀਂ ਕਰਨੀ ਚਾਹੀਦੀ। ਅਗਰ ਤੁਸੀਂ ਭੰਗ ਕੰਜ਼ਿਊਮ ਕਰਕੇ ਮੈਡੀਟੇਸ਼ਨ ਕਰ ਰਹੇ ਹੋ ਫਿਰ ਇਹ ਇੱਕ ਤੁਹਾਨੂੰ ਇੱਕ ਅਲੱਗ ਸਪਿਰਿਚੁਅਲ ਲੈਵਲ 'ਤੇ ਲੈ ਕੇ ਜਾ ਸਕਦੀ ਆ। ਇਹ ਚੀਜ਼ ਸਾਇੰਟੀਫਿਕਲੀ ਵੀ ਕਹੀ ਗਈ ਹੈ ਕਿ ਹਾਂ ਇਹ ਤੁਹਾਡਾ ਫੋਕਸ ਵਧਾ ਦਿੰਦੀ ਆ। ਪਰ ਅੱਜ ਦੀ ਸੁਸਾਇਟੀ ਦੇ ਵਿੱਚ ਲੋਕ ਸਿਰਫ ਇਹਨੂੰ ਇੱਕ ਮਜ਼ੇ ਦੇ ਤਰੀਕੇ ਲੈਂਦੇ ਆ ਕਿ ਹਾਂ ਪੀ ਲਈ, ਹੱਸੀ ਜਾਓ, ਨੱਚੀ ਟੱਪੀ ਜਾਓ, ਇੱਧਰ ਉੱਧਰ ਚੱਲ ਜਾਓ, ਇਹ ਉਹ ਚੀਜ਼ਾਂ। ਅਤੇ ਰੇਵ ਪਾਰਟੀ 'ਚ ਵੀ ਇਹੀ ਚੀਜ਼ ਹੋ ਰਹੀ ਹੈ ਕਿ ਬਸ ਉਹਨਾਂ ਨੇ ਕੰਜ਼ਿਊਮ ਕਰ ਲਈ ਆ ਅਤੇ ਬਸ ਇੱਕ ਰਿਲੀਜਨ ਨੂੰ ਪਰਦਾ ਲਾ ਤਾ ਕਿ ਹਾਂ ਆਪਾਂ ਰਿਲੀਜਨ ਦੇ ਤੌਰ 'ਤੇ ਕਰ ਰਹੇ, ਬਸ ਇਹੀ ਚੀਜ਼ ਹੋ ਰਹੀ ਆ। ਉਹ ਕਿਤੇ ਨਾ ਕਿਤੇ ਫਿਰ ਉਹਨਾਂ ਦਾ ਐਂਡ ਆਫ ਦਾ ਡੇ ਜਾ ਕੇ ਇੱਕ ਐਡਿਕਸ਼ਨ ਬਣ ਜਾਂਦੀ ਆ। ਫਿਰ ਐਡਿਕਸ਼ਨ ਅਤੇ ਉਹ ਫਿਰ ਗਾਂ ਦੀ ਗਾਂ ਵੱਧਦੀ ਜਾਂਦੀ ਹੈ। ਮੈਮ ਕਿਤੇ ਨਾ ਕਿਤੇ ਆਪਾਂ ਗੱਲ ਕਰਦੇ ਪਏ ਹੀ ਇਹਨਾਂ ਦੀ ਡਰੱਗਸ ਦੀ ਸਪੈਸੀਫਿਕਲੀ, ਮੈਂ ਪੜ੍ਹਿਆ ਹੈਗਾ ਕਿ ਇਹ PTSD ਦੇ ਟ੍ਰੀਟਮੈਂਟ ਦੇ ਵਿੱਚ ਯੂਜ਼ ਵੀ ਹੁੰਦੇ ਆ ਕਾਫੀ ਜ਼ਿਆਦਾ। ਇੱਦਾਂ ਦੇ ਜਿਹੜੇ ਆਪਣੇ ਦੂਜੇ ਹਲੂਸੀਜਨ ਜਿਹੜੇ ਨੇ ਅਤੇ ਆਪਣੇ ਜਿਹੜੇ ਵੀਡ ਵਗੈਰਾ ਵੀ ਆ। ਇੱਕ ਡਰੱਗ ਹੈਗਾ ਆਇਆ ਹੀ ਉਸਕਾ ਨਾਮ ਆ ਸ਼ਾਇਦ ਉਹਦਾ, ਅਤੇ ਉਹ ਸਪੈਸੀਫਿਕਲੀ ਉੱਥੇ ਮਿਲਦਾ ਵਾ ਸਾਊਥ ਅਮੈਰੀਕਾ ਵਾਲੀ ਸਾਈਡ 'ਤੇ। ਅਤੇ ਉਹ ਮੈਂ ਦੇਖਿਆ ਵਾ ਜਿਹੜੇ ਸਾਇੰਟਿਸਟ ਨੇ ਉਹ ਆਪ ਐਕਸਪੈਰੀਮੈਂਟ ਕਰਦੇ ਹਨ, ਉਹਨਾਂ ਨੂੰ ਕਿੱਦਾਂ ਫੀਲ ਹੁੰਦਾ ਵਾ ਕਿ ਆਪਾਂ ਆਪਣੀ ਅਨਕੌਂਸ਼ੀਅਸ ਨੂੰ ਨਾ ਐਕਸੈਸ ਕਰਨਾ ਚਾਹੁੰਦੇ ਹਾਂ ਕਿ ਕੀ ਚੱਲਦਾ ਵਾ ਉੱਥੇ। ਸੋ ਮੇ ਬੀ ਉਹ ਚੀਜ਼ ਵਰਕ ਕਰਦੀ ਹੋਈ ਕਿਤੇ ਨਾ ਕਿਤੇ। ਫੀਮੇਲਸ ਵੀ ਮੈਮ ਸਾਡੀ ਫੈਮਿਲੀ ਦੇ ਵਿੱਚ ਹੈ ਨਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ, ਅਤੇ ਕਿਤੇ ਨਾ ਕਿਤੇ ਜੇ ਉਹੀ ਮਤਲਬ ਐਡਿਕਸ਼ਨ ਵਾਲੀ ਸਾਈਡ ਜਾਣ, ਕੰਬਾਈਨਡ ਵਿਦ ਉਹਨਾਂ ਦੇ ਮੇਲ ਕਾਊਂਟਰ ਪਾਰਟਸ ਵੀ ਐਡਿਕਸ਼ਨ ਵੱਲ ਜਾਣ, ਅਤੇ ਕਿਤੇ ਨਾ ਕਿਤੇ ਫੈਮਿਲੀ ਦਾ ਮਾਹੌਲ ਤੇ ਖਰਾਬ ਹੋ ਹੀ ਜਾਂਦਾ ਵਾ ਨਾ, ਕਿ ਬੱਚੇ ਵੀ ਫਿਰ ਉਹਨਾਂ ਕੋਲ ਦੇਖ ਕੇ ਉੱਦਾਂ ਦੇ ਬਿਹੇਵੀਅਰਸ ਦੇ ਵਿੱਚ ਇੰਡਲਜ ਹੋਣਾ ਕਾਫੀਆਂ ਨਿਗਲੈਕਟ ਫੀਲ ਕਰਨਗੇ, ਅਤੇ ਓਵਰ ਟਾਈਮ ਉਹ ਵੀ ਕੋਈ ਨਾ ਕੋਈ ਸਿੰਪਟਮ ਡਿਵੈਲਪ ਕਰ ਲੈਣਗੇ। ਅਤੇ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਹੁਣ ਆਪਾਂ ਨਿਊਜ਼ ਚੈਨਲਾਂ 'ਤੇ ਬੜੀ ਖਬਰਾਂ ਸੁਣਦੇ ਹਾਂ, ਮਾਵਾਂ ਹੁੰਦੀਆਂ ਨੇ ਰੋਂਦੀਆਂ ਹੁੰਦੀਆਂ ਨੇ ਕਿ ਸਾਡਾ ਇਕੱਲਾ ਇਕੱਲਾ ਪੁੱਤ ਸੀਗਾ ਚੱਲ ਗਿਆ ਵਾ। ਕੋਈ ਜਿੱਦਾਂ ਮੈਰਿਡ ਵੂਮਨ ਆ ਹੈ ਨਾ, ਉਹਦੇ ਹਸਬੈਂਡ ਦੀ ਡੈਥ ਹੋ ਗਈ ਆ, ਉਹ ਵਿਚਾਰੀ ਮਤਲਬ ਡਿਪੈਂਡੈਂਟ ਹੀ ਉਹਦੇ ਉੱਤੇ ਕਾਫੀ ਚੀਜ਼ਾਂ ਨੂੰ ਲੈ ਕੇ, ਹੁਣ ਉਹ ਵੀ ਇਕੱਲਾ ਫੀਲ ਕਰਨ ਲੱਗ ਪੈਂਦੀ ਹੈ। ਅਤੇ ਕਿਤੇ ਨਾ ਕਿਤੇ ਹੁਣ ਉਹ ਫੋਰ ਐਗਜ਼ਾਮਪਲ ਕਿ ਕੋਈ ਬੰਦਾ ਹੈ ਨਾ ਹੁਣ ਬਾਰ ਬਾਰ ਡਰੱਗਸ ਯੂਜ਼ ਕਰਦਾ ਪਿਆ ਵਾ, ਅਤੇ ਫੈਮਿਲੀ ਵਾਲੇ ਆਪਾਂ ਗੱਲ ਤੇ ਕਰ ਦਿੰਦੇ ਹਾਂ ਕਿ ਹਾਂ ਇਹਦਾ ਨਾ ਆਪਾਂ ਟਰੀਟਮੈਂਟ ਕਰਾ ਦਿੰਦੇ ਹਾਂ ਜਾ ਕੇ, ਅਤੇ ਜਦੋਂ ਮੁੜ ਕੇ ਵਾਪਸ ਆਊਗਾ ਅਤੇ ਠੀਕ ਹੋ ਜਾਊਗਾ, ਜਦੋਂ ਘਰੇ ਆਊਗਾ। ਅਤੇ ਹੁਣ ਰੀਹੈਬ ਸੈਂਟਰਸ ਵੀ ਬਣੇ ਹੈ ਨਾ, ਹੋਰ ਇੰਸਟੀਟਿਊਸ਼ਨ ਵੀ ਬਣੇ, ਉਹਦੇ ਟਰੀਟਮੈਂਟ ਹੁੰਦੇ ਪਏ ਆ। ਪਰ ਕਿਤੇ ਨਾ ਕਿਤੇ ਫੈਮਿਲੀ ਦਾ ਕੀ ਰੋਲ ਰਹਿ ਸਕਦਾ ਵਾ ਕਿ ਆਪਾਂ ਗੱਲ ਤੇ ਕਰ ਲਈ ਨਾ ਪੇਰੈਂਟਿੰਗ ਵੀ ਉਹਨੂੰ ਸਹੀ ਚਾਹੀਦੀ ਆ, ਬਟ ਫੈਮਿਲੀ ਆ ਬਿਹੇਵੀਅਰ ਨੂੰ ਜਦੋਂ ਆਈਡੈਂਟੀਫਾਈ ਮੇ ਵੀ ਕਰ ਲਏ, ਬਟ ਉਹਨਾਂ ਨੂੰ ਮੇ ਬੀ ਉਹ ਚੀਜ਼ ਐਕਸਪ੍ਰੈਸ ਕਰਨੀ ਨਾ ਆਉਂਦੀ ਹੋਏ, ਜਾਂ ਮੇ ਬੀ ਕੋਈ ਇਨੀਸ਼ੀਅਲ ਸਟੈਪਸ ਨਾ ਆਉਂਦੇ ਹੋਣ ਕਿ ਆਪਾਂ ਕਿੱਦਾਂ ਕਨਵਿੰਸ ਕਰੀਏ। ਕਈ ਕੀ ਕਰਦੇ ਆ ਕਿ ਉਹਨਾਂ ਨੂੰ ਪਤਾ ਵਾ ਕਿ ਸਾਡਾ ਜਿਹੜਾ ਫੈਮਿਲੀ ਮੈਂਬਰ ਉਹ ਐਡਿਕਟਡ ਆ, ਉਹ ਨਾ ਵਿਦਾਊਟ ਟੈਲਿੰਗ ਹਿਮ ਉਹ ਪਹਿਲਾਂ ਹੀ ਬੰਦੇ ਨਾਲ ਗੱਲ ਕਰ ਲੈਂਦੇ ਆ, ਅਤੇ ਉਹਦੇ ਕੋਲ ਨਾ ਕੋਈ ਮੇ ਬੀ ਪਾਊਡਰ ਵਗੈਰਾ ਲੈ ਕੇ ਨਾ ਉਹਦੀ ਸਬਜ਼ੀ ਦੇ ਵਿੱਚ ਪਾ ਦਿੰਦੇ ਆ, ਮਤਲਬ ਜੋ ਵੀ ਦੁੱਧ ਵਿੱਚ ਪਾ ਦਿੰਦੇ ਆ ਕਿ ਇਹ ਦੇਵਾਂਗੇ ਤਾਂ ਠੀਕ ਹੋ ਜਾਊਗਾ। ਪਰ ਕਿਤੇ ਨਾ ਕਿਤੇ ਉਹ ਚੀਜ਼ ਮੈਨੂੰ ਲੱਗਦਾ ਕਿ ਲੌਂਗ ਟਰਮ ਵਾਸਤੇ ਮੇ ਬੀ ਉਹਨਾਂ ਵਾਸਤੇ ਹੈਲਦੀ ਨਾ ਹੋਵੇ, ਉਹਨਾਂ ਨੂੰ ਥੋੜ੍ਹਾ ਜਿਹਾ ਬਿਟਰੇਅਲ ਜਿਹਾ ਫੀਲ ਹੋਵੇਗਾ, ਮੇਰੀ ਪਤਾ ਨਹੀਂ ਉਹਨਾਂ ਨੇ ਡਾਈਟ ਵਿੱਚ ਕੀ ਇੱਦਾਂ ਦੀ ਚੀਜ਼ ਪਾਤੀ ਆ। ਅਤੇ ਫੈਮਿਲੀ ਮੈਮ ਕਿੱਦਾਂ ਇਹ ਚੀਜ਼ ਨੂੰ ਇੱਕ ਹੈਲਦੀ ਵੇ ਦੇ ਵਿੱਚ ਇਨੀਸ਼ੀਏਟਿਵ ਲੈ ਸਕਦੀ ਹੈ ਆਪਣੇ ਮੈਂਬਰਸ ਦੀ ਹੈਲਥ ਸੁਧਾਰਨ ਵਾਸਤੇ। ਸੀ ਅਡਿਕਸ਼ਨ ਦੇ ਵਿੱਚ ਚਾਹੇ ਉਹ ਬਿਹੇਵੀਅਰ ਐਡਿਕਸ਼ਨ ਹੈ, ਚਾਹੇ ਉਹ ਸਬਸਟੈਂਸ ਐਡਿਕਸ਼ਨ ਹੈ, ਫੈਮਿਲੀ ਦਾ ਰੋਲ ਸਭ ਤੋਂ ਇੰਪੋਰਟੈਂਟ ਹੁੰਦਾ ਹੈ। ਵਾਈ ਫੈਮਿਲੀ ਦਾ ਰੋਲ ਇੰਪੋਰਟੈਂਟ ਹੁੰਦਾ ਹੈ? ਬਿਕੋਜ਼
ultimately you are going to be living with the family. The patient is going to be living with the family. The patient cannot live in the hospital for years and for months, or the patient cannot go for residential treatments like the rehab centers that we talked about. Though rehab centers, they are very good source of sober living, ਜਿਹਨੂੰ ਆਪਾਂ sober living भी ਕਹਿੰਦੇ ਆ. They are very good source. After an addicted person is discharged from the hospital, I always say that you need to first be into the residential treatment. That is, you need to visit a good rehab centers where you are treated well, where you can be put for 1 month, 2 months. You are coping up कि केड़े lifestyles ने जो ਆਪਾਂ बिल्कुल भुल चुके हैं, and we need to revive our things, because rehab center which all the things that you have lost because of drug addiction, that is why we say it's a new life, because your new talent, your new urges, they are highlighted there. You are given physical activities, you're given cricket to play, you're given a good rehab center I'm talking about. It's like a 7-star property there, where you are playing cricket on particular time, where you are playing say badminton on a particular time. You are involved in the plays, you are involved in the recovery sessions. So family nu agar lagda hai ki yes, it is a costly procedure, without doubt drug addiction, be it in a private center or a public center, it's a costly procedure. But if the parents can somehow afford and they can spend, so I would always say after clinic, go for a rehab center, go for a sober living there. After that, when you come back home, so by the time the psychologist and the psychiatrist staff should be in touch with the family from the day one. Family sessions ਹੁੰਦੇ ਨੇ hospitals ਵਿੱਚ, ਜਿੱਥੇ ਸਿਰਫ family members ਆਉਂਦੇ ਨੇ, no patient, only family members of the people who are addicted and of the people who have been treated, who have recovered. ਉਹ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਕਿ ਹਾਊ ਡਿਡ ਵੀ ਡੀਲ ਵਿਦ ਦ ਪੇਸ਼ੈਂਟ, ਹਾਊ ਡਿਡ ਵੀ ਕੈਰੀ ਵਿਦ ਦ ਪੇਸ਼ੈਂਟ. ਸੋ ਉਹ ਚੀਜ਼ ਇੱਕ ਉਹਨਾਂ ਨੂੰ ਹੋਪ ਦਿੰਦੀ ਹੈ ਕਿ ਹਾਂ ਸਾਡਾ ਪੇਸ਼ੈਂਟ ਵੀ ਠੀਕ ਹੋ ਜਾਏਗਾ, ਸਾਡਾ ਪਰਸਨ ਵੀ ਜੋ ਡਰੱਗਸ ਲੈ ਰਿਹਾ ਹੈ, ਸਾਡਾ ਫੈਮਿਲੀ ਪਰਸਨ ਵੀ ਠੀਕ ਹੋ ਜਾਏਗਾ. ਉਹਨਾਂ ਨੂੰ ਉੱਥੇ ਸਿਖਾਇਆ ਜਾਂਦਾ ਹੈ. ਆਈ ਪਰਸਨਲੀ ਹੈਵ ਟੌਟ ਦ ਪ੍ਰਿੰਸੀਪਲ ਆਫ ਪੋਜ਼ੀਟਿਵ ਰਿਗਾਰਡ. ਪੋਜ਼ੀਟਿਵ ਰਿਗਾਰਡ ਉਹੀ ਚੀਜ਼ ਕਿ ਤੁਸੀਂ ਉਹਨਾਂ ਨੂੰ ਇਹ ਚੀਜ਼ ਨਹੀਂ ਸੋਚਣੀ ਕਿ ਸਾਡੇ ਪਰਸਨ ਨੇ, ਸਾਡੇ ਪੁੱਤਰ ਨੇ ਔਰ ਸਾਡੇ ਸਨ ਨੇ, ਡਾਟਰ ਨੇ addiction matlab nashedi see. It's fine to accept that yes, they were addicted, and then you have to tell them that okay, jo ho gaya, so that's fine. It was written, it was somehow if you got it because of the environment or your peers. Now we need to look towards life, and we are there with you to support you. Je family ही बोले कि you hun na nashe kari, ਹੁਣ ਬਹੁਤ ਹੋ ਗਿਆ, ਹੁਣ ਮੇਰੇ ਪੈਸੇ ਖਤਮ ਹੋ ਗਏ ਨੇ, ਹੁਣ ਨਾ ਨਸ਼ੇ ਕਰੀ. That means you are demoralizing the person there and then. The other person will be like, अच्छा चलो overdosage करो, they just hang myself up. Always remember, the death of a person who is addicted, that does not happen because of addiction. It happens because of our organ failure. And the organ failures, or if they are committing suicides, or if they are committing self-harm. Okay. That is happening because you do not have a psychological support behind it. So you need a psychological support of the parents. The family should be very, very unbiased. They should have positive regard for the patient. They should be there for the patient every time they are needed, and they should keep a check on the patient. Keep a checking does not mean putting restrictions, but being so humble and so polite and so positive towards the patient that ਉਹਨਾਂ ਨੂੰ ਲੱਗੇ that yes, my family is there, I can win this battle, and this is a battle. So ਕਿਤੇ ਨਾ ਕਿਤੇ ਮੈਂ ਫੈਮਿਲੀ ਮੈਂਬਰਸ ਨੂੰ ਵੀ ਮੈਨੂੰ ਲੱਗਦਾ ਵਾ ਕਿ ਫੈਮਿਲੀ ਮੈਂਬਰਸ ਜਨਰਲੀ ਕੀ ਕਰਦੇ ਆ, ਜਿੱਦਾਂ ਹੈ ਨਾ ਉਹਨਾਂ ਨੇ ਰੀਹੈਬ ਸੈਂਟਰਸ ਆਪਣੇ ਜੋ ਵੀ ਉਹਨਾਂ ਦੇ ਫੈਮਿਲੀ ਮੈਂਬਰ ਐਡਿਕਟਡ ਉਹਨੂੰ ਛੱਡਤਾ ਵਾ ਤੇ ਬਾਅਦ ਕੋਈ ਨਹੀਂ ਉਹਨਾਂ ਨੇ ਆਪੇ ਟ੍ਰੀਟਮੈਂਟ ਕਰ ਦੇਣਾ, ਉਹਨੂੰ ਹੁੰਦਾ ਹੋਊਗਾ ਜੋ ਹੋਊਗਾ. ਤੇ ਕਿਤੇ ਨਾ ਕਿਤੇ ਫਿਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਉਹਨਾਂ ਦੇ ਫੈਮਿਲੀ ਮੈਂਬਰ ਦਾ ਟ੍ਰੀਟਮੈਂਟ ਹੋਣ ਡਿਆ ਵਾ, ਕਿਤੇ ਨਾ ਕਿਤੇ ਫੈਮਿਲੀ ਮੈਂਬਰਸ ਨੂੰ ਵੀ ਕੰਸਲਟੇਸ਼ਨ ਲੈਣੀ ਚਾਹੀਦੀ ਹੈ ਸਾਈਕੋਲੋਜਿਸਟ ਕੋਲ ਕਿ ਹਾਂ ਜਦੋਂ ਸਾਡਾ ਮੈਂਬਰ ਵਾਪਸ ਆਊਗਾ ਤੁਸੀਂ ਉਹਨੂੰ ਕਿੱਦਾਂ ਬਿਹੇਵ ਕਰਨਾ, ਕਿੱਦਾਂ ਟ੍ਰੀਟ ਕਰਨਾ ਵਾ, ਤੇ ਇੱਕ ਇਨਵਾਇਰਨਮੈਂਟ ਹੋ ਜਾ ਬਣੇ ਕਿ ਉਹਨੂੰ ਏਦਾਂ ਨਾ ਨਾ ਉਹ ਫੈਮਿਲੀ ਕੰਸਲਟੇਸ਼ਨ ਹੁੰਦੀ ਹੀ ਹੁੰਦੀ ਹੈ. ਦੈਟਸ ਅ ਕੰਪਲਸਰੀ ਮੈਂਡੇਟਰੀ ਐਕਟ ਐਵਰੀਵੇਅਰ ਇਨ ਅ ਗੁੱਡ ਹਸਪੀਟਲ that you are because when the person is going through withdrawals, ਜਿਵੇਂ ਇੱਕ addicted person withdrawals ਲੈ ਰਿਹਾ ਹੈ, ਉਹਨੂੰ ਆਪਾਂ ਸਾਈਕੋਲੋਜੀਕਲੀ ਇੰਨੀ ਜਲਦੀ ਡੀਲ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦੇ ਫਿਜ਼ੀਕਲ ਵਿਡਰੋਲਸ ਠੀਕ ਨਾ ਹੋ ਜਾਣ. ਬਟ ਵਿਦ ਦ ਫੈਮਿਲੀ ਯੂ ਹੈਵ ਟੂ ਬੀ ਇਨ ਟੱਚ ਵਿਦ day one. That's what I'm saying. Family counseling matters more. Group family counseling matters more as compared to the patient counseling. ਉਹ ਤਾਂ ਚੱਲਦੀ ਰਹਿੰਦੀ ਹੈ, ਉਹ ਤਾਂ ਉਹਨਾਂ ਨੂੰ ਰੀਹੈਬ ਸੈਂਟਰ ਵਿੱਚ ਭੇਜਿਆ ਜਾਂਦਾ ਹੈ. ਵਾਈ? ਬਿਕਾਜ਼ we want to introduce lifestyle changes in them so that they can carry their new life and their new recovery journey.
ਆਈ ਥਿੰਕ ਬੇਸਿਕਲੀ ਆਪਾਂ ਜਿੰਨੀ ਵੀ ਮੈਂਟਲ ਹੈਲਥ ਡਿਸਆਰਡਰਸ ਦੇਖ ਲਈਏ ਜਾਂ ਜਿੰਨੇ ਵੀ ਆਪਾਂ ਐਡਿਕਸ਼ਨਸ ਦੇ ਕੇਸਿਸ ਦੇਖ ਲਈਏ, ਉਹਨਾਂ ਵਿੱਚ ਪੇਰੈਂਟਸ ਲਈ ਲੈਕ ਆਫ ਅਵੇਅਰਨੈਸ ਇੱਕ ਬਹੁਤ ਵੱਡਾ ਪੁਆਇੰਟ ਹੁੰਦਾ ਵਾ ਕਿ ਪੇਰੈਂਟਸ ਨੂੰ ਅਵੇਅਰਨੈਸ ਹੀ ਨਹੀਂ ਹੁੰਦੀ ਹਾਂ ਕਿ ਕੀ ਚੀਜ਼ ਕੀ ਸਿੰਪਟਮਸ ਵੇਖਣੇ ਚਾਹੀਦੇ ਆ। ਮੇਨਲੀ ਉਹੀ ਰੀਜ਼ਨ ਹੁੰਦਾ ਕਿ ਹਾਂ ਇੱਕ ਚੀਜ਼ ਜ਼ਿਆਦਾ ਖਰਾਬ ਹੋ ਜਾਂਦੀ ਆ, ਲੈਕ ਆਫ ਅਵੇਅਰਨੈਸ। ਇਹ ਆਪਾਂ ਆਪਣੀ ਲਾਈਫ ਦੇ ਵਿੱਚ ਇਹ ਵੇਖ ਸਕਦੇ ਹਾਂ ਕਿ ਹਾਂ ਮੇਨਲੀ ਦ ਲੈਕ ਆਫ ਅਵੇਅਰਨੈਸ ਕਾਜ਼ਜ਼ ਪ੍ਰੋਬਲਮਸ। ਸੋ ਇਸ ਤਰੀਕੇ ਇੱਕ ਆਪਾਂ ਟਰਮ ਹੋਰ ਯੂਜ਼ ਕੀਤੀ ਜਾਂਦੀ ਹੈ ਜਦੋਂ ਆਪਾਂ ਟਰੀਟਮੈਂਟ ਹੁੰਦੀ ਕਿਸੇ ਵੀ ਅਡਿਕਟਿਡ ਪਰਸਨ ਦੀ, ਉਹ ਹੁੰਦੀ ਰੀਲੈਪਸ। ਅਤੇ ਕੀ ਹੁੰਦੀ ਉਹ ਰੀਲੈਪਸ? ਰੀਲੈਪਸ ਹੁੰਦਾ ਹੈ ਜਿਵੇਂ ਤੁਸੀਂ ਟਰੀਟਮੈਂਟ ਲੈ ਲਿਆ, ਤੁਸੀਂ ਡਰੱਗਸ ਛੱਡ ਦਿੱਤੇ, ਯੂ ਆਰ ਗੁੱਡ ਟੂ ਗੋ ਦੈਟ ਓਕੇ ਮੈਂ ਡਰੱਗਸ ਨਹੀਂ ਹੁਣ ਲੈਣੇ, ਸਮਥਿੰਗ ਹੈਪਨਸ, ਸਮਥਿੰਗ ਮਤਲਬ ਦੀ environmental trigger, there can be some environmental trigger, there can be something, some psychological trigger that happens and you again get back to drugs. So ਜਦੋਂ ਇਨਸਾਨ ਟਰੀਟਮੈਂਟ ਲੈ ਰਿਹਾ ਹੁੰਦਾ ਹੈ, we tell the person, we tell the family clearly about relapse ਕਿ relapse ਹੋ ਸਕਦਾ ਹੈ, okay? Healing is never linear, healing is always up and down, okay? So ਜੇ ਇਨਸਾਨ ਕੋਈ ਐਡਿਕਟਿਡ ਪਰਸਨ ਹੈ, ਉਹਨਾਂ ਦੀ ਫੈਮਿਲੀ ਨੂੰ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਰੀਲੈਪਸ ਹੋ ਸਕਦਾ ਹੈ। ਹੋ ਸਕਦਾ ਹੈ ਤੁਹਾਨੂੰ ਕੋਈ ਟ੍ਰਿਗਰ ਮਿਲ ਜਾਏ, ਹੋ ਸਕਦਾ ਹੈ ਕਿ ਤੁਸੀਂ ਕੋਈ ਗਾਣਾ ਸੁਣ ਲਿਆ ਐਂਡ ਯੂ ਫੀਲ ਵੈਰੀ ਸੈਡ ਐਂਡ ਯੂ ਫੀਲ ਲਾਈਕ ਹੈਵਿੰਗ, ਤੁਹਾਡੀ ਲਾਈਫ ਵਿੱਚ ਕੋਈ ਇਹੋ ਜਿਹਾ ਇੰਸੀਡੈਂਟ ਹੋ ਜਾਂਦਾ ਹੈ, ਕੋਈ ਟ੍ਰੈਜੇਡੀ ਹੋ ਜਾਂਦੀ ਹੈ ਐਂਡ ਯੂ ਲਾਈਕ ਕਿ ਮੈਨੂੰ ਇਸ ਚੀਜ਼ ਤੋਂ ਬਚਣ ਲਈ ਆਈ ਹੈਵ ਟੂ ਟੇਕ ਡਰੱਗਸ। We tell the patient how to deal with the relapse. So relapse basically means ਜਦੋਂ ਤੁਸੀਂ ਹਰ ਚੀਜ਼ ਨੂੰ treatment ਲੈ ਲਿਆ but you again get into the same, you have a relapse, you get into the drugs again. So we tell the patient there and then that please approach the settings. We are just a call away. Suppose you have taken a drug on a Monday, ਤੁਸੀਂ ਸਾਨੂੰ ਨਾਲ ਹੀ if not them, we tell the family there ਕਿ ਤੁਸੀਂ ਸਾਥ ਹੀ ਤੁਹਾਨੂੰ ਜਿਵੇਂ ਲੱਗਦਾ ਹੈ ਕਿ ਕੋਈ ਚੀਜ਼ ਤੁਹਾਨੂੰ ਹਾਰਮ ਕਰ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪੇਸ਼ੈਂਟ ਫਿਰ ਉਹ ਚੀਜ਼ ਵਿੱਚ ਜਾ ਰਿਹਾ, ਪਲੀਜ਼ ਇਨਫੋਰਮ ਅਸ ਐਂਡ ਗੈਟ ਦ ਪੇਸ਼ੈਂਟ ਰਾਈਟ ਬੈਕ ਇਨ ਦ ਕਲੀਨਿਕ। That is why a person who has taken drug treatment, who has taken addiction treatment, who has had his stay at the rehab center, ਤੁਹਾਨੂੰ ਲੱਗਦਾ ਉਹਨਾਂ ਦੀ association with the hospital gets over? No, it doesn't. ਉਹਨਾਂ ਦਾ follow-up session ਹੁੰਦਾ ਹੈ। Follow-up session could be after every 15 days, could be after every 1 month, and a dope test is conducted. The dope test tells you, ਜਿਵੇਂ patient ਤਾਂ ਕਹੇਗਾ ਹੀ ਕਿ ਨਹੀਂ ਆਪਾਂ ਨਹੀਂ drug ਲਿੱਤਾ, but the dope test is done. And when the psychiatrists see that the pattern is good, that the person is, they might just take a follow-up after every 2 months, they might take it after every 3 months, but initially ਤੁਸੀਂ ਕਹੋ ਕਿ we can leave the person or we can leave the patient alone like that? No, we cannot. So follow-up sessions after the treatment, after the recovery, they are very, very paramount, very important. Okay. ਮਤਲਬ ਇੱਕ ਕੇਸ ਹੋਇਆ ਸੀਗਾ ਸ਼ਾਇਦ, ਜਿਵੇਂ ਜਿਸ ਏਰੀਏ 'ਚ ਮੈਂ ਰਹਿਣਾ ਨਾ, ਅਤੇ ਉਸ ਏਰੀਏ 'ਚ ਇੱਕ ਪਿੱਛੇ ਜਿਹੇ ਮੁੰਡੇ ਦੀ ਨਾ ਡੈਥ ਹੋਈ ਆ। ਹੀ ਹੈਡ ਰੀਲੈਪਸ। ਸਾਨੂੰ ਜਦੋਂ ਪਤਾ ਲੱਗਾ ਸੀਗਾ ਕਿ ਹਾਂ ਹੋਇਆ ਕੀ, ਮਤਲਬ ਉਹਨੇ ਕਾਫੀ ਤਰ੍ਹਾਂ ਦੇ ਡਰੱਗਸ ਕੀਤੇ, ਚਿੱਟਾ ਵਗੈਰਾ ਸਭ ਕੁਛ ਕਰਦਾ ਰਿਹਾ ਸੀਗਾ, ਜਿਵੇਂ ਤੁਸੀਂ ਕਹਿ ਰਹੇ IV ਥਰੂ ਡਰੱਗਸ ਲਿੱਤੇ, ਅਤੇ ਫਿਰ ਉਹਨੇ ਰੀਹੈਬ ਸੈਂਟਰ ਜੁਆਇਨ ਕੀਤਾ, ਕਾਫੀ ਵਧੀਆ ਰਿਕਵਰੀ ਕਰਕੇ ਵਾਪਸ ਵੀ ਆ ਗਿਆ ਘਰੇ। ਅਤੇ ਇੱਕ ਦਿਨ ਕੀ ਆ, ਉਹੀ ਜਿਵੇਂ ਤੁਸੀਂ ਕਿਹਾ ਕਿ ਹਾਂ ਉਹਨੇ ਕੋਈ ਚੀਜ਼ ਟ੍ਰਿਗਰ ਕੀਤੀ ਅਤੇ ਉਹਨੇ ਫਿਰ ਇੱਕ ਵਾਰੀ ਡਰੱਗ ਯੂਜ਼ ਕੀਤਾ, ਅਤੇ ਉਹਨੇ ਡਰੱਗ ਯੂਜ਼ ਉਸ ਕੁਆਂਟਿਟੀ 'ਚ ਕਰ ਲਿਆ, ਉਸ ਡੋਜ਼ੇਜ 'ਚ ਕਰ ਲਿਆ ਜੋ ਅਡਿਕਟਿਡ ਟਾਈਮ 'ਤੇ ਕਰਦਾ ਹੁੰਦਾ ਸੀਗਾ। ਅਤੇ ਉਹਨੇ ਜਦੋਂ ਉਹ ਯੂਜ਼ ਕੀਤਾ ਅਤੇ ਉਹਦੀ ਬੋਡੀ ਨੇ ਟੋਲਰੇਟ ਘੱਟ ਹੋਣ ਕਰਕੇ ਉਹਦੀ ਬੋਡੀ 'ਚ ਔਰਗਨ ਫੇਲੀਅਰ ਹੋ ਗਿਆ, ਉਹ ਉਸੇ ਵੇਲੇ ਖਤਮ ਹੋ ਗਿਆ। ਅਤੇ ਉਹੀ ਚੀਜ਼ ਹੋਈ ਕਿ ਹਾਂ ਇੱਕ ਕੋਈ ਚੀਜ਼ ਉਹਨੂੰ ਟ੍ਰਿਗਰ ਕੀਤੀ, ਉਹਨੇ ਫਿਰ ਹੀ ਉਸੇ ਡੋਜ਼ੇਜ 'ਚ ਯੂਜ਼ ਕੀਤਾ ਜਿੰਨੀ ਡੋਜ਼ੇਜ ਉਹ ਪਹਿਲਾਂ ਯੂਜ਼ ਕਰਦਾ ਸੀਗਾ ਡਰੱਗਸ। ਬਟ ਦੇਅਰ ਵਿਲ ਬੀ ਆਲਵੇਜ਼ ਸਿੰਪਟਮਸ। ਜਦੋਂ ਉਹਨਾਂ ਨੇ ਰੀਲੈਪਸ ਵੀ ਕਰਨਾ ਹੁੰਦਾ ਨਾ, ਰੀਲੈਪਸ ਦੇ ਵੀ ਸਿੰਪਟਮਸ ਹੁੰਦੇ ਨੇ। ਇੱਕੋਦਮ ਇੱਕ ਬੰਦਾ ਫਿਰ ਸਾਇਲੈਂਟ ਹੋ ਜਾਂਦਾ ਹੈ, ਇੱਕੋਦਮ ਇੱਕ ਬੰਦਾ ਫਿਰ ਪਾਰਟੀਸਪੇਟ ਨਹੀਂ ਕਰਦਾ, ਐਂਡ ਦ ਸੋਸਾਇਟੀ ਆਸਕ ਹਿਮ, ਦ ਪੇਰੈਂਟਸ ਵਿਲ ਸੇ ਕਿ ਤੂੰ ਕੀ ਚੁੱਪ ਕਿਉਂ ਹੋ ਗਿਆ, ਕੀ ਹੋ ਗਿਆ? But what they have in their brain is that at least ਇਹ drugs ਤਾਂ ਨਹੀਂ ਲੈ ਰਿਹਾ, at least ਇਹ ਕੁਛ ਨਸ਼ਾ ਤਾਂ ਨਹੀਂ ਕਰ ਰਿਹਾ, but you are not understanding that the person again has become quiet, the person again has become silent, the person again has become mum. You need to identify these behavioral symptoms. ਉਹਦੇ ਲਈ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ follow-up sessions ਹੋਣਾ ਚਾਹੀਦਾ ਹੈ, because sometimes families are not doctors, families are not expertise, families are not psychologists, they are just advice givers. There's a huge difference between people who are advice givers and people who are actually have the degrees of being a psychologist or a psychiatrist. So ਉਹ follow-up ਲੈਣਾ
रिकवरी तो बाद सब तो इम्पॉर्टेंट है you have to be kept motivated all the time that you don't have a relapse, and in case if you have a relapse you need to identify the symptoms. The parents or the guardians, they need to tell the doctors कि ए फिर चुप हो गया है, कोई गलता नहीं. So you need to take the patient to the hospitals again. मैम ਆਪਾਂ ਗੱਲ ਕਰਦੇ ਪਏ ਕਿ ਬਿਹੇਵੀਅਰਲ ਐਡਿਕਸ਼ਨ ਦੀ ਸੋਸ਼ਲ ਮੀਡੀਆ ਐਡਿਕਸ਼ਨ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ. ਜੇ ਮੈਂ ਆਪਣੇ ਹੋਸਟਲ 'ਚ ਮੈਂ ਅਬਜ਼ਰਵ ਕਰਾਂ, ਮੈਂ ਚਲੋ ਸਵੇਰੇ 5:30-6 ਵਜੇ ਉੱਠ ਕੇ ਮੈਂ ਵਰਕਆਊਟ ਕਰਨ ਜਾਣਾ ਹੁੰਦਾ ਮਾਰਨਿੰਗ ਦੇ ਵਿੱਚ ਹੀ. ਉਹਨੇ ਇੱਕ ਟਾਈਮ ਦੇ ਨਾਲ ਹੀ ਨਾ ਮੁੰਡੇ ਪੌੜੀ ਉੱਤੋਂ ਥੱਲੇ ਆਉਣ ਡੇ ਹੁੰਦੇ ਤੇ ਉਹਨਾਂ ਨੇ ਫੋਨ ਤੇ ਰੀਲਾਂ ਲਾਈਆਂ ਹੁੰਦੀਆਂ ਵਾ ਤੇ ਚੱਲਣ ਡਿਆ ਬਿਲਕੁਲ. ਤੇ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਉਹ ਚੀਜ਼ ਇੱਕ ਬਿਹੇਵੀਅਰਲ ਐਡਿਕਸ਼ਨ ਟਾਈਪ ਹੀ ਬਣ ਚੁੱਕੀ ਆ. ਬਟ ਆਪਾਂ ਉਹਨੂੰ ਨਾ ਇੰਨਾ ਸੀਰੀਅਸ ਨਹੀਂ ਲੈਂਦੇ ਕਿ ਹਨਾ ਤੇ ਚੱਲ ਸਾਰੇ ਕਰਦੇ ਪਏ ਆ. ਮਤਲਬ ਮੈਂ ਕੋਟ ਪੜ੍ਹੀ ਇੱਕ ਕਿ when everyone is sick people no longer consider it a disease. ਉਹ ਚੀਜ਼ ਕਿਤੇ ਨਾ ਕਿਤੇ ਮੈਨੂੰ ਲੱਗਦਾ ਵਾ ਕਿ ਸਾਡੀ ਸੋਸਾਇਟੀ ਦੇ ਵਿੱਚ ਕਾਫੀ ਕਾਮਨ ਹੋ ਚੁੱਕੀ ਆ ਸੋਸ਼ਲ ਮੀਡੀਆ ਐਡਿਕਸ਼ਨ. ਆਪਣੇ ਪੇਰੈਂਟਸ ਵੀ ਆ, ਉਹਨਾਂ ਨੂੰ ਆਪਾਂ ਗੱਲ ਕਰ ਲਈਏ ਕਿ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਨਾ ਸਾਡੇ ਉੱਤੇ ਜਿੱਦਾਂ ਇੱਕ ਆ ਕੇ ਟੈਕਨੋਲੋਜੀ ਦੀ ਸੁੱਟ ਦਿੱਤੀ ਗਈ ਸੀਗੀ ਅਰਾਊਂਡ ਮੈਨੂੰ ਲੱਗਦਾ 2000s ਦੇ ਵਿੱਚ ਜਦੋਂ ਸਾਡਾ ਇੰਟਰਨੈਟ ਪੂਰਾ ਬੂਮ ਕਰ ਗਿਆ ਸੀਗਾ. ਤੇ ਸਾਡਾ ਜਿਹੜਾ ਅਜੇ ਵੀ ਮਾਈਂਡ ਆ ਮੈਨੂੰ ਲੱਗਦਾ ਕਿ ਆਪਾਂ ਉਹਦੇ ਨਾਲ ਜੀ ਅਡੈਪਟ ਨਹੀਂ ਕਰ ਪਾਏ ਉਹਨੂੰ ਕਿੱਦਾਂ ਯੂਜ਼ ਕਰਨਾ ਵਾ. ਤੇ ਕਿਤੇ ਨਾ ਕਿਤੇ ਨਾ ਉਹਦੀ ਓਵਰਵੈਲਮਿੰਗ ਪ੍ਰੈਜ਼ੈਂਸ ਕਾਰਨ ਹੀ ਕਿ ਹਾਂ ਕੁਝ ਨਾ ਕੁਝ ਇੰਟਰਸਟਿੰਗ ਮੈਨੂੰ ਸ਼ੋਅ ਕਰ ਦੇਣਾ, ਮੈਂ ਕੋਈ ਨਹੀਂ ਮੈਂ ਅਗਲੀ ਰੀਲ ਦੇਖ ਲੈਣਾ, ਉਹ 'ਚ ਮੈਨੂੰ ਮਜ਼ਾ ਆ ਜਾਊਗਾ. ਜੇ ਮੇ ਵੀ ਉਹਦਾ ਫੋਕਸ ਹੀ ਨਹੀਂ ਬਣਨ ਲੱਗਾ ਇਸ ਚੀਜ਼ ਉੱਤੇ. ਤੇ ਮੈਮ ਸੋਸ਼ਲ ਮੀਡੀਆ ਦੀ ਆਪਾਂ ਜੇ ਗੱਲ ਕਰੀਏ, ਸਾਡੇ ਫੈਮਿਲੀ ਮੈਂਬਰਸ ਵੀ ਯੂਜ਼ ਕਰਦੇ ਆ, ਇਹਨੂੰ ਆਪਾਂ ਐਡਿਕਸ਼ਨ ਨਾ ਬਣਨ ਦੇਈਏ ਤੇ ਇਹਨੂੰ ਇੱਕ ਪੋਜ਼ਿਟਿਵ ਵੇ ਦੇ ਵਿੱਚ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ? ਓਕੇ, ਸੀ ਸੋਸ਼ਲ ਮੀਡੀਆ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸਮਾਰਟਫੋਨਸ ਦੀ, ਠੀਕ ਹੈ, ਜਿਵੇਂ ਜਿਹਦੇ ਥਰੂ ਆਪਾਂ ਸੋਸ਼ਲ ਐਡਿਕਸ਼ਨ ਦੇ ਵਿੱਚ we fall in that prey. It's the using of smartphones and using of social media is not an absolute bane. We use it as a boon also. It has its own advantages also. The only thing that we need to realize is that we need to stop having or we need to stop giving all the time to the social media. Any addiction, any disease, any habit, ਜਦੋਂ ਤੁਸੀਂ if you want to leave that habit, that you want that I should get rid of this habit, you need to understand one thing, that it's not an overnight game. It's not an overnight game कि ਆਪਾਂ ਸੋਚਿਆ ਕਿ ਅੱਛਾ ਕੱਲ ਫੋਨ ਨਹੀਂ ਯੂਜ਼ ਕਰਨਾ, so I will not use my phone. It is not an overnight game. The process is called weaning off. Weaning off ਦਾ ਮਤਲਬ ਹੁੰਦਾ ਹੈ ਕੰਮ ਕਰਕੇ ਉਹਨੂੰ ਛੱਡਣਾ. ਜਿਵੇਂ ਆਪਾਂ ਡਾਕਟਰ 'ਤੇ ਜਾਂਦੇ ਹਾਂ, ਇਫ ਯੂ ਹੈਵ ਫੀਵਰ, ਸਾਨੂੰ 7 ਦਿਨ ਦੀ ਦਵਾਈ ਜਾਂ 5 ਦਿਨ ਦੀ ਦਵਾਈ ਦੇ ਜਾਂਦੀ ਹੈ. If it's a viral, it lasts for 7 days. If it's a normal fever, it will last for 5 days. So after 2 days or 3 days, if it's a normal fever, we will see कि साਡਾ fever ਤਾਂ ਉਤਰ ਗਿਆ. But doctors 5 ਦਿਨ ਦੀ ਦਵਾਈ ਕਿਉਂ ਦਿੰਦੇ ਨੇ? ਤਾਂ ਕਿ root cause ਤੋਂ ਉਹ ਚੀਜ਼ ਖਤਮ ਹੋ ਜਾਏ. Viral 4 ਦਿਨ ਵਿੱਚ ਉਤਰ ਜਾਂਦਾ ਹੈ. Why are we taking medicines for 7 days? And now pediatrics, they are repeating that thing for the children for 14 days. The medicines are there for 14 days. Why? Within 7 days, the children recover from viral. But another 1 week is given ਕਿਉਂਕਿ ਤੁਹਾਨੂੰ wean off ਕਰਨਾ ਹੈ. ਸੋ ਉਹ ਕੀ ਹੁੰਦਾ ਹੈ ਕਿ ਜਿਹੜੀ ਤੁਸੀਂ ਮੈਡੀਸਿਨ 2 ਵਾਰੀ ਲੈ ਰਹੇ ਹੋ ਦਿਨ ਵਿੱਚ, ਉਹ 1 ਵਾਰੀ ਕਰ ਦਿਓ. ਜਿਹੜੀ ਤੁਸੀਂ ਸਿਰਪ 3 ਵਾਰੀ ਲੈ ਰਹੇ ਹੋ, ਉਹ 2 ਵਾਰੀ ਕਰ ਦਿਓ. ਧੀਰੇ like ਘਟਾ ਕੇ you have to just remove it. Similar is the case with social addiction. You need to have hours there, that these are the number of hours I will be using my social media. You can divide it. Acha, morning mein inne hour, say I want to use morning mein, I want to use it for 1 hour. In the afternoon, maybe after a lunch or something, I want to use it for half an hour. In the night, maybe I will compensate it because my morning the afternoon which cut kita. So in the night, I will want to use it for 2 hours before I sleep. You need to understand the patterns, that you need to wean it off. You need to reduce it. We cannot leave any habit, any addiction overnight. Always wean off the things. You think people who are smoking these cigarettes or jisko hum smoking sticks kehte hain, they come to me. There are so many patients who come to me who says कि मैम मैंने ना मेडिसिन लीव करनी है, मैंने ये स्मोकिंग लीव करनी है. 12-13 smoking sticks they take in a day. So do you think that I will give them that much motivation and I will give them that much therapy that they will not take it? That is also wrong. A person who is taking up medicines, a person who is taking up smoking, और a person who is taking up any kind of drugs, और अगर मैं उसका एकदम बंद कर दूँ, वो person की body में withdrawals बहुत ज़्यादा ख़राब level पे आते हैं. You get very caged there. But
हम कैसे कम करते हैं, हम उसको कम करके करते हैं कि 1 week, okay, these are the cigarettes. There is a procedure for that. There is a psychological procedure for that. So always wean off. When you know that you are socially addicted, don't try to put that in your head that oh मैंने तो phone use ही नहीं करना. Just put the number of hours. There are apps now, okay? There are apps that will regulate you, that will give you a notification that now it is the time to switch off your phone, or now it is the time to switch off your notifications. When you are, suppose if I'm talking about the youth addiction, क्योंकि youth में ज़्यादा addiction है, so if I'm talking about the youth addiction, you need to know that I tell that to my students also, notifications बंद कर दो when you are in the premises. Once you get over with the period, okay, you can see that कुछ messages या कुछ आया तो नहीं हुआ है, notifications off कर दो. Once you know that, you will be able to wean the things off. You will be able to get all healthy in any form of addiction, even if it's social addiction. So wean the things off. थोड़ा थोड़ा hours कम कर दो. 1 week, this is my target. Second week, जो हम 1 hour use कर रहे थे in the morning, let's use it for half an hour. And this goes for the people who are housewives or people who are working from home as well. They need to understand that when they are dealing with work, they need to put all their social notifications off. So that's how the process is, weaning it off, not completely eradicating it. ਆਈ ਥਿੰਕ ਇਹਦੇ ਵਿੱਚ ਇੱਕ ਮੇਨ ਚੀਜ਼ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਤੁਹਾਡੀ ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ ਕਿ ਹਾਂ ਅਗਰ ਤੁਸੀਂ ਕੋਈ ਵੀ ਐਡਿਕਸ਼ਨ ਜਾਂ ਕੋਈ ਵੀ ਬਿਹੇਵੀਅਰਲ ਐਡਿਕਸ਼ਨ ਨੂੰ ਛੱਡਣਾ ਚਾਹੁੰਦੇ ਤਾਂ ਉਹਦੇ ਵਿੱਚ ਵਿਲ ਪਾਵਰ ਸਟਰੋਂਗ ਹੋਣੀ ਕਾਫੀ ਜ਼ਰੂਰੀ ਆ. ਅਤੇ ਐਜ਼ ਤੁਸੀਂ ਆਪਣੀ ਜਦੋਂ ਪੇਸ਼ੈਂਟਸ ਨਾਲ ਡੀਲ ਕਰਦੇ ਜੇ ਅਤੇ ਅਗਰ ਉਹਨਾਂ ਦੀ ਵਿਲ ਪਾਵਰ ਤੁਹਾਨੂੰ ਲੱਗਦਾ ਕਿ ਹਾਂ ਥੋੜ੍ਹੀ ਘੱਟ ਆ, ਹਾਊ ਡੂ ਯੂ ਮੋਟੀਵੇਟ ਦੈਮ ਕਿ ਹਾਂ ਕਿ ਤੁਸੀਂ ਇੱਕ ਐਸੇ ਲੈਵਲ ਤੱਕ ਉਹਨਾਂ ਨੂੰ ਮੋਟੀਵੇਟ ਕਰ ਸਕੋ ਕਿ ਹਾਂ ਉਹ ਸਟਾਰਟ ਕਰ ਸਕਣ ਇਸ ਚੀਜ਼ ਨੂੰ ਛੱਡਣਾ? See, the thing is, when my patients come to me, they come in a frame of mind that this is something that is very, very worse, and this has made me a hopeless person. I am not a good person. I am not a genuine insan. I am not layak of anything. Okay? What I do, the first thing that I do with my patients when I have to motivate them is I have to make them introduce their own talent and own skills to them. When we keep talking, because that's the rule of psychotherapy, when we keep talking to them, when we keep scrutinizing, we keep diagnosing them, we identify their behavioral patterns, we identify their skills, तो उस चीज़ को हम ज़्यादा हाईलाइट करते हैं क्योंकि वो जिस स्टेट ऑफ माइंड से आते हैं, दे आर इन अ वेरी नेगेटिव स्टेट ऑफ माइंड. उन्होंने लगता है दैट संसार खत्म हो गया है, आई एम अ वर्थलेस पर्सन, मैनू रहना ही नहीं है इस दुनिया विच. दे वॉन्ट टू कमिट सुसाइड्स, दे हैव सुसाइडल ideations. The first thing that starts at a psychological clinic for motivation is making a person identify, bringing their own skills on their plate. That plate is empty. They come to me with an empty plate and they are given one at a time, one session at a time. They are told that, see, you can do this. See, you could even do this. You can even try this. A good psychologist will never tell you about motivation कि तुसी ऐ करो जी, ऐ करो, ऐ करो. A good psychologist will always say, can you do it? Will you be able to do it? Let's try for a week and then see what are the results like. So if you build that rapport with them, if you give them the courage, again the positive self-regard, psychologist को भी वो करना पड़ता है. So if you give them, you half of the battle is won when they are ready to try it. Small steps ਲੈ ਕੇ ਫਿਰ finally ਆਪਣਾ goal achieve ਹੋਊਗਾ. पेरेंट्स ਹੁੰਦੇ ਨੇ, ਉਹ ਕਹਿੰਦੇ ਨੇ ਇਹ ਚੀਜ਼ ਕਰ ਲੈ, ਬਿਲਕੁਲ ਕੁਝ ਠੀਕ ਹੋ ਜਾਏਗਾ, ਇਹ ਚੀਜ਼ ਕਰ ਲੈ, ਇਹ ਚੀਜ਼ ਕਰ ਲੈ. No, it's not like that. It is always step by step. That is why psychotherapy is not overnight procedure. It takes time. It takes time to, for example, if I have to make somebody rid of smoking, I would at least need 5 months and 6 months in my hand to get that person rid of smoking without medications. So, ma'am, ਕਰੰਟਲੀ ਜਦੋਂ ਆਪਾਂ ਮੈਨੂੰ ਲੱਗਦਾ ਕਿ ਆਪਾਂ ਨਾ ਸੋਸਾਇਟੀ ਦੇ ਵਿੱਚ ਐਡਿਕਸ਼ਨ ਨੂੰ ਰਿਮੂਵ ਤਾਂ ਨਹੀਂ ਕਰ ਪਾਵਾਂਗੇ 100%, ਬਟ ਕਿਤੇ ਨਾ ਕਿਤੇ ਆਪਾਂ ਕਿਸੇ ਚੀਜ਼ ਨਾਲ ਰਿਪਲੇਸ ਕਰ ਪਾਵਾਂਗੇ ਉਹਨੂੰ ਵਧੀਆ ਹੈਬਿਟਸ ਦੇ ਨਾਲ. ਮੈਂ ਸਟੱਡੀ ਕੀਤੇ ਸੀਗੇ ਰੈਡ ਪਾਰਕ ਐਕਸਪੈਰੀਮੈਂਟਸ ਜਿਹੜੇ ਡਾਕਟਰ ਬਰੂਸ ਅਲੈਗਜ਼ੈਂਡਰ ਨੇ ਕੰਡਕਟ ਕੀਤੇ ਸੀਗੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ. ਉਹਦੇ 'ਚ ਇੱਕ ਜਿੱਦਾਂ ਰੈਡ ਨੂੰ ਕੇਜ ਵਿੱਚ ਪਾਇਆ ਹੋਇਆ ਵਾ, 2 ਬੋਟਲਸ ਰੱਖੀਆਂ ਸੀ ਉਹਦੇ ਵਿੱਚ, ਇੱਕ ਮੋਰਫਿਨ ਦੇ ਨਾਲ ਸੀ ਤੇ ਇੱਕ ਨਾਰਮਲ ਵਾਟਰ ਸੀਗਾ, ਤੇ ਰੈਡ ਨੇ ਡਾਇਰੈਕਟਲੀ ਮੋਰਫਿਨ ਵਾਲੀ ਬੋਟਲ ਯੂਜ਼ ਕੀਤੀ. ਫਿਰ ਜਦੋਂ ਉਹਨਾਂ ਨੇ ਪੂਰੀ ਮਤਲਬ ਪਾਰਕ ਕੰਸਟਰਕਟ ਕੀਤੀ ਜਿਹਦੇ ਵਿੱਚ ਮਲਟੀਪਲ ਰੈਟਸ ਪਾਏ ਬਹੁਤ ਜ਼ਿਆਦਾ ਨੰਬਰ ਦੇ ਵਿੱਚ, ਤੇ ਉੱਥੇ ਵੀ ਬੋਟਲਸ ਰੱਖੀਆਂ ਪਾਣੀ ਦੀਆਂ ਤੇ ਮੋਰਫਿਨ ਦੀਆਂ ਵੀ ਰੱਖੀਆਂ, ਬਟ ਰੈਟਸ ਨੇ ਉਹਦੇ ਝਾਂਤੀ ਤੱਕ ਨਹੀਂ ਮਾਰੀ. ਉਹ ਮਜ਼ੇ ਵਿੱਚ ਖੇਡਣ ਦੇ ਆ, ਸੋਸ਼ਲਾਈਜ਼ ਕਰਨ ਦੇ ਆ, ਮਤਲਬ ਆਪਣੀ ਬਿਹੇਵ ਜਿੱਦਾਂ ਵੀ ਉਹ ਕਰਦੇ ਆ, ਖਾਣ ਨੂੰ ਉਹਨਾਂ ਨੂੰ ਚੀਜ਼ਾਂ ਮਿਲੀਆਂ ਹੋਈਆਂ ਵਾ,
ਤੇ ਕਿਤੇ ਨਾ ਕਿਤੇ ਉਹ ਸੇਮ ਬਿਹੇਵੀਅਰ ਹਿਊਮਨ ਬੀਇੰਗਸ ਦੇ ਵਿੱਚ ਵੀ ਜੇ ਇੰਪਲੀਮੈਂਟ ਹੋਏ ਤੇ ਮੈਨੂੰ ਲੱਗਦਾ ਵਾ ਕਿ ਆਪਾਂ ਇੱਕ ਹੈਲਥੀ ਸੋਸਾਇਟੀ ਕ੍ਰੀਏਟ ਕਰ ਪਾਵਾਂਗੇ। ਇੱਕ ਮੈਮ ਇੱਦਾਂ ਦਾ ਕੇਸ ਹੋਇਆ ਹੈਗਾ ਸਪੇਨ ਦੇ ਵਿੱਚ ਅਰਾਊਂਡ 2001 ਦੇ ਵਿੱਚ ਨਾ ਉਹਨਾਂ ਦੀ ਅਰਾਊਂਡ 1% ਪੋਪੂਲੇਸ਼ਨ ਜਿਹੜੀ ਹੈਗੀ ਉਹ ਐਡਿਕਟਡ ਹੈਗੀ ਡਰੱਗਸ ਦੇ ਨਾਲ। ਸੋ ਸਟਾਰਟਿੰਗ ਦੇ ਵਿੱਚ ਜੋ ਵੀ ਕਰਦੇ ਪਏ ਹੈਗੇ ਉਹਨਾਂ ਨੇ ਜਿਹੜੇ ਵੀ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਇੰਪ੍ਰਿਜ਼ਨਮੈਂਟ ਦਿੰਦੇ ਪਏ ਹੈਗੇ, ਆਈਸੋਲੇਸ਼ਨ ਦੇ ਵਿੱਚ ਰੱਖਦੇ ਪਏ ਹੈਗੇ ਤੇ ਉਹਨਾਂ ਨੂੰ ਨਾ ਜਿੱਦਾਂ ਇੱਕ ਸਟਿਗਮਾ ਲਾਤਾ ਹੈਗਾ ਕਿ ਇਹਨਾਂ ਤੇ ਸੋਸਾਇਟੀ ਵਾਸਤੇ ਮਾੜੇ ਆ। ਫਿਰ ਉਹਨਾਂ ਨੇ ਦੇਖਿਆ ਕਿ ਇੱਦਾਂ ਦੀ ਕੋਈ ਇੰਪਰੂਵਮੈਂਟ ਨਾ ਨਹੀਂ ਓਵਰ ਟਾਈਮ। ਸੋ ਉਹਨਾਂ ਨੇ ਚੇਂਜਸ ਲਿਆਉਣ ਵਾਸਤੇ ਕੀ ਕੀਤਾ, ਉਹਨਾਂ ਨੇ ਡੀਕ੍ਰਿਮੀਨਲਾਈਜੇਸ਼ਨ ਕਰਨੀ ਸ਼ੁਰੂ ਕਰਤੀ ਰਾਦਰ ਦੈਨ ਉਹਨਾਂ ਨੂੰ ਪ੍ਰਿਜ਼ਨ ਦੇ ਵਿੱਚ ਪਾਉਣ ਵਾਸਤੇ। ਉਹਨਾਂ ਨੇ ਰੀਹੈਬ ਸੈਂਟਰਸ ਕੰਸਟਰਕਟ ਕੀਤੇ। ਉਹਨਾਂ ਨੇ ਉਹ ਜਿਹੀ এনवायरमेंट ਉਹਨਾਂ ਨੂੰ ਮਤਲਬ ਇੰਟਰੋਡਿਊਸ ਕਰਾਇਆ ਕਿ ਹਾਂ ਇੱਦਾਂ ਦੀ ਚੀਜ਼ ਜੇ ਸੋਸ਼ਲਾਈਜ਼ਿੰਗ ਹੋਏਗੀ ਤੇ ਕਿਤੇ ਨਾ ਕਿਤੇ ਆ ਵਧੀਆ ਵੇ ਦੇ ਵਿੱਚ ਅੱਗੇ ਜਾ ਸਕਦੇ ਆ। ਇੱਕ ਚੀਜ਼ ਤੇ ਉਹਨਾਂ ਨੇ ਉਹ ਕੀਤੀ, ਇੱਕ ਉਹਨਾਂ ਨੇ ਨਾ ਅਨਇੰਪਲੋਇਮੈਂਟ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਉਹਨਾਂ ਨੇ ਇੱਦਾਂ ਕੀਤਾ ਕਿ ਜਿਹੜੇ ਵੀ ਮਤਲਬ ਅਥਾਰਟੀਜ਼ ਸੀਗੀਆਂ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਨੇ ਕੰਟੈਕਟ ਕੀਤਾ ਇੰਪਲੋਇਰਸ ਨੂੰ ਕਿ ਸਾਡੇ ਕੋਲ ਇੱਦਾਂ ਦੇ ਇੰਪਲੋਇਜ਼ ਹੈਗੇ, ਆਪਾਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਤੇ ਕਿਤੇ ਨਾ ਕਿਤੇ ਉਹ ਇਨਵੋਲਵ ਹੋਣਗੇ ਤੁਹਾਡੇ ਮਤਲਬ ਵਰਕ ਦੇ ਵਿੱਚ ਤੇ ਹੋਪਫੁਲੀ ਉਹਨਾਂ ਦਾ ਜਿਹੜਾ ਡਰਗ ਐਡਿਕਸ਼ਨ ਹੈਗੀ ਉਹ ਇੱਕ ਪ੍ਰੋਪਰਲੀ ਵਰਕ ਓਰੀਐਂਟਡ ਹੋ ਪਾਣਗੇ। ਉਹਨਾਂ ਨੂੰ ਇੰਟਰਸਟ ਐਕਸਪਲੋਰ ਕਰਨ ਦਾ ਮੌਕਾ ਦਿੱਤਾ ਗਿਆ ਉੱਥੇ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਅਜੇ ਵੀ ਸਾਡੀ ਸੋਸਾਇਟੀ ਦੇ ਵਿੱਚ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਜਾਂਦਾ ਵਾ ਤੇ ਕਿਤੇ ਨਾ ਕਿਤੇ ਫਿਰ ਆ ਜਾ ਕੇ ਰੋਲ ਗਵਰਨਮੈਂਟ ਦਾ ਰੋਲ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਆ ਜਾਂਦਾ ਵਾ। ਇੰਪਲੋਇਮੈਂਟ ਓਪਰਚੁਨਿਟੀਜ਼ ਆਪਾਂ ਕ੍ਰੀਏਟ ਕਰਨੀਆਂ ਨੇ ਜੇ ਇੱਕ ਉਹਨਾਂ ਨੂੰ ਉਹ ਜਿਹਾ এনवायरमेंट ਪ੍ਰੋਵਾਈਡ ਕਰਨਾ ਵਾ। ਸੋ ਮੈਮ ਆਪਾਂ ਆਪਣੀ ਸੋਸਾਇਟੀ ਦੇ ਵਿੱਚ ਉਹ ਕੀ ਚੀਜ਼ ਕਿੱਦਾਂ ਇੰਪਲੀਮੈਂਟ ਕਰ ਸਕਦੇ ਹੋ, ਕਿਉਂਕਿ ਮੈਨੂੰ ਮਾਡਲ ਬਹੁਤ ਫੈਸੀਨੇਟਿੰਗ ਲੱਗਾ ਹੈਗਾ। See, the model that you're talking about again highlights one part that is called aversion. ਜਿਵੇਂ start ਕਿਵੇਂ ਹੋਇਆ, Rome ਵਿੱਚ people used to drink a lot of wine. The government realized that बहुत ज़्यादा wine हो रही है and because of which the productivity is getting very low. The economic productivity, the growth rate, the progress of the society, the mental health conditions of the society, everything is in a mess. Everything is in a very hazardous position. So उन्होंने की किया, उन्होंने Roman government ने उन्होंने wine दी bottle दे विच there's an insect called eel ਉਹ डालना शुरू किया, ਉਹ पाना शुरू किया उस bottle विच। And the moment the person used to take, the general population used to take drug, they used to consume eel, they used to have side effect of it. They felt that this is the side effect of a drug. This is the side effect of this wine. And that's how they eventually led to this part. Second procedure जो government ने follow किया सी, that was called giving electric shocks. Electric shocks मतलब अगर तुसी साडे clinic विच आंदे हो, थोड़ी medicine चल रही है, पर तुसी drugs लेके आंदे हो, dope test दे विच again थोड़ा drugs positive आया है, you are given an electric shock. So this was considered to be very aversive and inhumane conditions that were done by the government, but it was for good. Now, जैसे आपने बोला, the thing is that we have rehab centers. We have that sober living residential treatment patterns जहाँ पे we can get the person admitted, जहाँ पे we can get the person live a life that helps them to discover on their own. That's there. But I think अगर हम government point of view से बात करें तो government should be more and more verbal about it and should be more and more setting these rehab centers. Rehab centers are more private these days than governmental, and if they are governmental, they are not that way facilitated the way a private property looks like. A private property, a rehab center is like a 7-star property where you visit and where you will see that okay, the person will say I want to live. I understand you need ransom money on the same, बहुत handsome पैसा चाहिए आपको इस चीज़ के लिए, but at the same time at least the governmental the governmental settings or the governmental rehab centers should be such that at least it is livable, at least you are enjoying there, and at least there is no disparity between government and private. The government is just giving and enrolling the private parties to get into all these things. So governmental rehab centers होने चाहिए. And one thing more I can tell you via podcast. So I being a clinical psychologist, so not just an assistant professor of psychology, being a clinical psychologist, I teach my students a subject called drug abuse and management. I've taught them, and I tell them, and it's clearly visible in the research also, we always keep talking of पंजाब में बहुत ड्रग्स है, पंजाब में बहुत ज़्यादा ड्रग्स है. It's not Punjab. Yes. 3 out of 10 people could be Punjabis. The rest 7 belong to different places like Kerala, different places like Goa, different places like Odisha, different places like UP, Madhya Pradesh. The ratio there is too much. And I have personally experienced that. I have seen that when I remember when I went to Goa, I was asked by a waiter there in a very good restaurant. I was asked the waiter, my husband was asked by the waiter that to sir तुसी कोई माल लवोगे? And I said, what is माल?
What is he trying to talk about? My focus went on to the physicality of or the gender side. Okay, I thought maybe he's talking about the female part or something. Okay. Then he said that हर तरह का माल है, चिट्टा भी है, then other things also there. Joint, weed, जो हम commonly आजकल की population ले रही है. Weed joint is like a status symbol now. Even cocaine for that matter is a status symbol. That okay, you take it, you get numb and you are zoned out and you feel very happy. So all these things, they are there. They are available. That's my experience at Goa. And I was like, wow, what is this going on? So we only keep highlighting the movies. They only keep highlighting specifically Udta Punjab. It's a great movie. Okay. I literally like the way Shahid Kapoor has portrayed the character there. But at the same time, you are just highlighting Udta Punjab. Why? Because it is Punjab. Drugs are just not limited to Punjab. It's just highlighted there. Because Punjab is at a location जो बहुत ही एक vulnerable और stereotypical location है. The drugs are coming from Afghanistan. They go to Pakistan. And then the border areas जहाँ से drugs होते हैं. 75% of the drugs in Punjab is chitta, is heroin. So वो heroin कित्थों आ रही है? वो basically आ रही है Afghanistan तो. Then it is coming to the these Pakistan borders. And that's how it gets into our place. And if you know about it, Amritsar de lage ek village hai, border areas, which is called the village of Maqbulpura. This village, if you are aware of it, this village has a connotation behind it in the research. It is called the village of widows. Why? Because 90% of the males there are dying because of drugs. That village is covered a lot in the discoveries, in the research projects, etc. But nobody wants to scrutinize it. 13 years that child Uthe is selling drugs. It's selling drugs. I have seen that. I have visited that place. I know it. 13 years the child is selling drugs. And do you think the one who is selling drugs can sell the drug without having an addiction of it? No. The child is also addicted to it. They are supplying, nicotine toothpaste, which is so cheap, which is so easily available. That's how nasha body which ikkodam nahi start hunda. A person starts with, supposedly, if I'm talking about, say, one example, a person might start with nicotine, toothpaste, etc. They might go into bhang, because again, that's a nasha which is very easily available and can be rooted in your own farms. It can be it can be rooted, weed, joint come in your own farms. You can grow it. Afim, opium, you can grow it in your own farms. Then it goes back to the higher form. Because body the tolerance capacity, tolerance means the diminished response rate. सानू ओही चीज़ pleasure चाहिदा है. सानू हुन nicotine तो कोई pleasure नहीं मिल रहा. सानू हुन from the other भांग तो कोई pleasure नहीं मिल रहा. Let's shift to alcohol. So we are taking, say, a quarter of alcohol. We shift to half bottle of alcohol. कि half bottle तो pleasure ही नहीं मिल रहा. Half तो तुसी full आ जाते हो. Full bottle तो then you go into the higher nashas like cocaine, smack, heroin. Heroin always starts with a foil. Foil which तुसी snorting कर रहे हो. 1.5% injections लगा रहा है. That means he's on to the level जिथे उन्हें satisfaction ही नहीं हो रही है. IV which एक mint which you will get addicted. And one thing that I would want to tell you is that there was a patient of mine, ਉਹਨੇ ਇੰਨਾ injections ਕੀਤਾ ਸੀ IV ਦੇ through. ਉਹਦੀ ਜਦੋਂ he came for the detoxification procedure, so we could not find the vein. Vein ਕਿੱਥੋਂ ਮਿਲੀ ਸੀ? ਉਹਨਾਂ ਦੇ ਪੈਰ ਦੇ ਪਿੱਛੇ. So we could not find the one vein because everywhere it was addicted. So heroin ਦਾ ਇੱਕ injection ਦਾ ਨਸ਼ਾ lasts for around for a person who has just started with it can last for 1 day. If you keep doing it every day, you will see you're going for 2 injections. Then you will go for 3 injections. I have seen the maximum injections taken by one patient was 5. 5 injections in 1 day. Amritsar ਦੇ ਵਿੱਚ? Yes, Amritsar. Ma'am, I hope कि ਸਾਡੀ conversation ਸੁਣ ਕੇ ਥੋੜਾ ਬਹੁਤ ਅਵੇਅਰਨੈਸ ਤੇ ਕ੍ਰੀਏਟ ਹੋਊਗੀ ਕਿ ਪਤਾ ਲੱਗ ਜੂਗਾ ਨਾ ਕਿ ਇਦਾਂ ਦੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਪਈਆਂ ਨੇ ਤੇ ਕਿੱਦਾਂ ਡੀਲ ਕਰਨਾ ਵਾ. ਤੇ ਆਬਵੀਅਸ ਆ ਕਿ ਅੱਗੇ ਜਿਹੜੇ ਫਰਦਰ ਸਟੈਪਸ ਆ ਉਹ ਕੱਲਾ ਉਹ ਪੇਸ਼ੈਂਟ ਦੀ ਕੱਲਾ ਉਹ ਐਡਿਕਟਡ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੈਗੀ, ਸਾਡੀ ਆਪਣੀ ਜ਼ਿੰਮੇਵਾਰੀ ਹੈਗੀ ਕਿ ਆਪਾਂ ਉਹਨੂੰ ਕਿੱਦਾਂ ਟ੍ਰੀਟ ਕਰਦੇ ਹਾਂ. See, one thing I'm interrupting you in between. I teach in the university. I teach the students, masters level के बच्चे, diploma level के बच्चे. The students, the youth, they are aware. They are aware. The adolescent, the adults, the young, the parental factor. आज बार I'm talking about the parental factor.
They need to be aware that this thing exists. They come to the clinic also na, they say कि ਇਹਦੇ ਦੋਸਤ ਨੇ ਲਗਾ ਦਿੱਤਾ ਜੀ, ਇਹਦੀ ਕੰਪਨੀ ਮਾੜੀ ਸੀ. You cannot blame the ਦੋਸਤ, ਉਹ ਤੁਹਾਡੇ ਮੂੰਹ ਵਿੱਚ ਥੋੜੀ ਪਾ ਰਿਹਾ ਹੈ. You are taking it on your own because yes, he might just have introduced you and you are taking it on your own. So ultimately, if your parenting is right, if your culture is right, mostly your parenting, if your parenting roots are that strong, you will not fall to anything, believe me on that. So the parents need to be very, very friendly these days with the children. They need to even before the society makes you aware of what is a wine, what is a vodka, what is a whiskey or an alcohol, hard drinks, soft drinks, scotch. Let the parents make the child aware of the things. And that can be started at the root level. Punjabi families ki baat kare, so the parents are taking alcohol, and what is told to the kids generally कि बेटा घर ਵਿੱਚ ਜਾ ਕੇ ਨਾ ਦਾਦਾ ਦਾਦੀ ਨੂੰ ਨਹੀਂ ਦੱਸਣਾ ਜਾਂ ਨਾਨਾ ਨਾਨੀ ਨੂੰ ਨਹੀਂ ਦੱਸਣਾ. ਵਾਈ? ਕਿਉਂਕਿ ਉਹਨਾਂ ਨੂੰ ਕਹਿਣਾ ਇਹ ਮੈਡੀਸਿਨ ਹੈ, ਇੱਕ ਕੋਲਡ ਡਰਿੰਕ ਹੈ. But the child knows that this is not a cold drink. This changes my mother's or this changes my father's behavior. They know it. Today's generation have got more exposure. So you need to be very verbal with your kids. You need to be very friendly with your kids. We talk about explaining, about introducing periods to girls at a very young age. Ki unhanu aware kar do pehla that before they reaches that age of menstruation, they should be aware of. We are talking about sex education. Ki let the education be very upfront there amongst the boys and the girls. Why not about drugs then? So we need to talk about drugs. ਸੋ ਅਵੇਅਰਨੈਸ ਤੇ ਮੈਮ ਆਪਾਂ ਕ੍ਰੀਏਟ ਹੋਪ ਕਰਦੇ ਹਾਂ ਕਿ ਕੀਤੀ ਆ. ਜਿਹੜੀ ਆਡੀਅנס ਦੇ ਵਿੱਚ ਸਾਡੇ ਪੇਰੈਂਟਸ ਹੋਣਗੇ ਹਨਾ, ਉਹਨਾਂ ਨੂੰ ਵੀ ਮੈਨੂੰ ਲੱਗਦਾ ਕੁਝ ਨਾ ਕੁਝ ਨਵਾਂ ਪਤਾ ਲੱਗੂਗਾ ਇਹਦੇ ਤੋਂ, ਗੱਲਬਾਤ ਤੋਂ, ਕਿ ਆਪਣੇ ਬੱਚਿਆਂ ਦੇ ਧੱਬੇ ਲਾਉਣ ਦੀ ਜਗ੍ਹਾ ਕਿ ਆਪਾਂ ਕਹਿ ਦਿੰਦੇ ਆ ਕਿ ਜਿਹੜੇ ਸਾਡੇ ਪੇਰੈਂਟਸ ਆ ਜਾਂ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਕਈ ਤਰ੍ਹਾਂ ਦੇ ਕੇਸ ਆਉਂਦੇ ਆ ਕਿ ਮਾਰੀ ਜਾਂਦਾ ਤੇ ਚੰਗਾ ਰਹੇਗਾ ਕਿ ਹਨਾ ਤੁਹਾਡਾ ਸਾਰਾ ਕੋਈ ਤੇ ਝਾੜਤਾ ਉਹਨੇ. ਪਰ ਆਪਾਂ ਜੇ ਉਹਨੂੰ ਸਟਾਰਟਿੰਗ ਦੇ ਵਿੱਚ ਉਹ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਹੁੰਦੀਆਂ ਨੇ ਕਿ ਇੱਦਾਂ ਦੇ ਪੈਟਰਨਸ ਹੁੰਦੇ ਨੇ, ਸਿੰਪਟਮਸ ਹੁੰਦੇ ਆ, ਤੇ ਆਪਾਂ ਸਟਾਰਟਿੰਗ 'ਚ ਅਪਰੋਚ ਲਈ ਹੁੰਦੀ ਤੇ ਕਿਤੇ ਨਾ ਕਿਤੇ ਮੇਬੀ ਉਹ ਸਿਚੁਏਸ਼ਨ ਨਾ ਆਉਂਦੀ ਕਿ ਤੁਹਾਨੂੰ ਅੱਜ ਗੱਲ ਕਰਨੀ ਪੈਂਦੀ ਆ ਆਪਣੇ ਬੱਚਿਆਂ ਬਾਰੇ. ਤੇ ਆਈ ਹੋਪ ਕਿ ਆਪਾਂ ਜਿਹੜੀ ਗੱਲਬਾਤ ਕੀਤੀ ਆ ਅਵੇਅਰਨੈਸ ਐਟ ਦਾ ਰੂਟ ਲੈਵਲ ਵੀ ਕਿੱਦਾਂ ਕਿਸੇ ਨੇ ਡੀਲ ਕਰਨਾ ਵਾ, ਕਿੱਦਾਂ ਸਿੰਪਟਮਸ ਆਇਡੈਂਟੀਫਾਈ ਕਰਨੇ ਆ ਤੇ ਕਿੱਦਾਂ ਆਪਾਂ ਟ੍ਰੀਟਮੈਂਟ ਨੂੰ ਅਪਰੋਚ ਕਰਨਾ ਵਾ, ਬੋਥ ਐਟ ਦਾ ਰਿਹੈਬ ਸੈਂਟਰ ਤੇ ਬੋਥ ਆਪਾਂ ਸੋਸ਼ਲ ਲੈਵਲ ਤੇ ਵੀ ਕਿੱਦਾਂ ਅਪਰੋਚ ਕਰਨਾ ਵਾ. ਸੋ ਥੈਂਕ ਯੂ ਮੈਮ, ਕਾਫੀ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਫਿਰ ਇੱਕ ਵਾਰੀ. ਤੇ ਯੂ ਹੈਵ ਅ ਬਿਊਟੀਫੁਲ ਸੋਲ ਇਨ ਐਂਡ ਆਊਟ, ਆਈ ਸ਼ੁਡ ਸੇ ਦੈਟ. ਤੁਹਾਡੇ ਅਗੇਨ ਪੈਸ਼ਨ ਦੀ ਗੱਲ ਆ ਜਾਂਦੀ ਆ, ਜਿੱਦਾਂ ਤੁਸੀਂ ਮਤਲਬ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਪਏ ਹੋ, ਤੁਸੀਂ ਵੀ ਇਨੀਸ਼ੀਏਟਿਵ ਲੈਂਦੇ ਪਏ ਹੋ. ਸਾਡਾ ਤਾਂ ਕੰਮ ਚਲੋ ਬਸ ਕੁਐਸਚਨ ਪੁੱਛਣਾ ਵਾ ਨਾ, ਬਟ ਨੌਲੇਜ ਆਪਾਂ ਤੁਹਾਡੇ ਤੋਂ ਐਕਸਟ੍ਰੈਕਟ ਕਰਨੀ ਹੈਗੀ. ਸੋ ਥੈਂਕ ਯੂ ਫॉर दैट. Thank you so much, ma'am. But there's one last message that I would like to give to the audience. That is that, when you see that somebody has got addicted in your family, don't get discouraged. Because addictions, like any other illnesses, it is treatable and there is always a hope. There's always a hope. So don't get discouraged that if you today see your child vaping or if you see your child having alcohol, do not get discouraged. There is always a hope that yes, it can be treated. You just need to approach the right settings. The youth today is so much aware, and I just want to appreciate the youth of today, because every time we are blaming them. So the youth today is so much aware that their parents are not wanting them to take to a psychiatrist or take them to a psychological clinic, but they themselves come up. They save their money. They save their money to pay the fees of a hospital, to pay the fees to a psychologist. And I really wanted to appreciate them. Ki just, youth is not to be blamed. Please get them the right target there, right? Get them the right support there, and that support will come in the form of parents. So addiction is treatable. There is hope. Do not get discouraged. Okay. Thank you, ma'am. Thank you, ma'am.